ਹਮੇਸ਼ਾ ਦੀ ਤਰ੍ਹਾਂ ਅਸੀਂ ਸੰਗਤਾਂ ਨੂੰ ਦੱਸਦੇ ਜਾਈਏ ਸਾਡੀਆਂ ਗੱਲਾਂ, ਸਾਡੇ ਲੋਕ। ਇਹ ਪ੍ਰੋਗਰਾਮ ਜਿਹੜੇ ਕਿ ਸਾਡੇ ਯੂਥ ਨਾਲ ਸੰਬੰਧਿਤ ਹਨ, ਸੰਗਤਾਂ ਤੱਕ ਸੰਬੰਧਿਤ ਹਨ, ਉਹਨਾਂ ਪ੍ਰੋਗਰਾਮਾਂ ਬਾਰੇ ਅਸੀਂ ਹਰ ਸੈਚਰਡੇ 8:30 ਤੋਂ 9:30 ਗੱਲਾਂ ਬਾਤਾਂ ਕਰਦੇ ਹਾਂ। ਅਤੇ ਅੱਜ ਸਾਡੇ ਕੋਲ ਜਿਹੜੇ ਕਿ ਸਾਡੇ ਯੰਗ ਯੂਥ ਵੱਲੋਂ ਛੋਟੀ ਉਮਰ ਦੇ ਵਿੱਚ ਜਿਨ੍ਹਾਂ ਨੇ ਵਧੀਆ ਕਾਲਜਾਂ ਵਿੱਚ BSc MSc ਕੈਂਬਰਿਜ ਆਕਸਫੋਰਡ ਤੋਂ ਅਤੇ MPhil ਕੈਂਬਰਿਜ ਤੋਂ ਕਰਕੇ ਛੋਟੀ ਜਿਹੀ ਉਮਰ ਦੇ ਵਿੱਚ ਹੀ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਪੋਲੀਟਿਕਸ ਦੇ ਵਿੱਚ ਉਹ ਗਏ, ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਅਤੇ ਜੋ ਅੱਜ ਇੱਕ ਨਵੀਂ ਸੋਚ ਲੈ ਕੇ ਸਾਡੇ ਕੋਲ ਪਹੁੰਚੇ ਹਨ, ਜਿਹੜੀ ਕਿ ਬਹੁਤ ਹੀ ਸਿੱਖ ਬੱਚਿਆਂ ਲਈ ਜ਼ਰੂਰੀ ਹੈ। ਫਿਜ਼ੀਕਲ ਜਿਹੜੀ ਸਾਡੀ ਹੈਲਥ ਲਈ ਬਹੁਤ ਜ਼ਰੂਰੀ ਹੈ। ਗੱਤਕਾ ਜਿਹੜਾ ਕਿ ਸਾਡੀ ਕੌਮ ਦਾ, ਸਾਡੀ ਨੇਸ਼ਨ ਦਾ ਇੱਕ ਬਹੁਤ ਵਧੀਆ ਗੇਮ ਵੀ ਹੈ, ਅਤੇ ਉਸ ਨੂੰ ਕਿੱਦਾਂ ਪ੍ਰਮੋਟ ਕਰਨਾ ਹੈ, ਕਿਉਂਕਿ ਅੱਜ ਤੱਕ ਅਲੱਗ-ਅਲੱਗ ਅਖਾੜਿਆਂ ਦੇ ਅਲੱਗ-ਅਲੱਗ ਜਿਹੜੇ ਉਹਨਾਂ ਦੇ ਆਪਣੇ ਕਾਨੂੰਨ, ਆਪਣੀ ਮਰਜ਼ਾਦਾ ਬਣਾਈ ਹੋਈ ਹੈ। ਪਰ ਇਹਨੂੰ ਇੱਕ ਨੈਸ਼ਨਲ ਗੇਮ ਹੀ ਨਹੀਂ, ਇੱਕ ਇੰਟਰਨੈਸ਼ਨਲ ਗੇਮ ਵਾਸਤੇ, ਓਲੰਪਿਕ ਗੇਮਾਂ ਦੇ ਵਿੱਚ ਦਾਖਲ ਕਰਨ ਵਾਸਤੇ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ, ਉਹਨਾਂ ਵਾਸਤੇ ਸਾਡੇ ਕੋਲ ਸਟੂਡੀਓ ਦੇ ਵਿੱਚ ਤਨਮਨਜੀਤ ਸਿੰਘ ਜੀ ਢੇਸੀ, ਜਿਹੜੇ ਕਿ ਐਕਸ ਮੇਅਰ ਵੀ ਰਹੇ ਆ ਗ੍ਰੇਸ਼ਮ ਦੇ, ਅਤੇ ਇਸ ਟਾਈਮ ਕੌਂਸਲਰ ਹਨ, ਅਤੇ ਕੌਂਸਲ ਦੇ ਵਿੱਚ ਉਹਨਾਂ ਦਾ ਜਿਹੜਾ ਆਪਣਾ ਕੈਬਨਿਟ ਮੈਂਬਰ ਦੇ ਤੌਰ 'ਤੇ ਇਸ ਟਾਈਮ ਉਹ ਕੰਮ ਕਰ ਰਹੇ ਆ। ਅਤੇ ਅਸੀਂ ਇਹਨਾਂ ਨੂੰ ਸੰਗਤ ਸਟੂਡੀਓ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਮਨਜੀਤ ਸਿੰਘ ਜੀ ਗਰੇਵਜਨ ਦੇ ਰਹਿਣ ਵਾਲੇ ਆ, ਅਤੇ ਇਹਨਾਂ ਨੇ ਜੋ ਇੱਕ ਪ੍ਰੋਗਰਾਮ ਲਿਖਿਆ ਹੈ, ਅਸੀਂ ਗੱਤਕਾ ਫੈਡਰੇਸ਼ਨ UK ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਬਣੇ ਹਨ UK ਵਾਸਤੇ। ਅਤੇ ਚੰਨੀ ਜੀ, ਆਪਾਂ ਨਿਕਨੇਮ ਚੰਨੀ ਜੀ ਕਰਕੇ ਅਗਰ ਬੁਲਾ ਲਈਏ ਤਾਂ ਮੇਰਾ ਖਿਆਲ ਸਾਰੀ UK ਦੀ ਸੰਗਤਾਂ ਹੀ ਜਾਣਦੀਆਂ। ਅਤੇ ਗਰੇਵਜਨ ਗੁਰਦੁਆਰੇ ਦੇ ਵਿੱਚ ਵੀ ਇਹਨਾਂ ਦੀਆਂ ਬਹੁਤ ਸੇਵਾਵਾਂ ਹਨ। ਚੰਨੀ ਜੀ, ਜਦੋਂ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਕਿ ਤੁਸੀਂ UK ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਾਉਣ ਜਾ ਰਹੇ ਹੋ ਜੀ, ਅਤੇ ਉਸ ਤੋਂ ਪਹਿਲਾਂ ਮੈਂ ਥੋੜ੍ਹੀ ਜਿਹੀ ਗੱਲਬਾਤ ਪੁੱਛਣੀ ਚਾਹਾਂਗਾ ਕਿ ਤੁਸੀਂ ਵਧੀਆ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਅਤੇ ਤੁਹਾਡਾ ਕਿੱਦਾਂ ਪੋਲੀਟਿਕਸ ਵਾਸਤੇ, ਕਿਉਂਕਿ ਜਦੋਂ ਬੰਦਾ ਡਿਗਰੀਆਂ ਪ੍ਰਾਪਤ ਕਰ ਲੈਂਦਾ, ਸਭ ਤੋਂ ਪਹਿਲਾਂ ਤਾਂ ਚੰਗੀ ਜੋਬ ਲੱਭਦਾ, ਵੀ ਮੈਂ ਵਧੀਆ ਜੋਬ ਮਿਲ ਗਈ ਅਤੇ ਪੈਸੇ ਕਮਾਉਣ ਲੱਗ ਜਾਂਦਾ। ਪਰ ਤੁਹਾਡਾ ਕਿੱਦਾਂ ਇੰਟਰਸਟ ਛੋਟੀ ਜਿਹੀ ਉਮਰ ਦੇ ਵਿੱਚ, ਕਿੰਨੀ ਉਮਰ ਦੇ ਸੀ ਜਦੋਂ ਤੁਸੀਂ ਪੋਲੀਟਿਕਸ ਦੇ ਵਿੱਚ ਗਏ? ਜੀ ਮੱਲੀ ਸਾਹਿਬ, ਦੇਖੋ, ਜੋ ਸਮਾਜ ਸੇਵਾ ਆ ਜਾਂ ਸਿਆਸਤ ਆ ਜਾਂ ਇਤਿਹਾਸ ਆ, ਇਸ ਦੇ ਵਿੱਚ ਤਾਂ ਮੈਨੂੰ ਲੱਗਦਾ ਕਿ ਛੋਟੀ ਉਮਰ ਤੋਂ ਹੀ ਦਿਲਚਸਪੀ ਪੈਦਾ ਹੋ ਗਈ ਸੀ। ਕਿਉਂਕਿ ਸਾਡੇ ਪਿੰਡ ਦੇ ਵਿੱਚ ਸਾਡੇ ਚਾਚਾ ਜੀ ਸਰਪੰਚ ਸਨ, ਅਤੇ ਸਾਡੇ ਦਾਦਾ ਜੀ ਵੀ ਕਾਫੀ ਜਿੱਦਾਂ ਇਹੋ ਜਿਹੇ ਰੁਝੇਵਿਆਂ ਦੇ ਵਿੱਚ ਸਨ ਜਿਨ੍ਹਾਂ ਦੇ ਨਾਲ ਸਾਨੂੰ ਸਮਾਜ ਦੇ ਨਾਲ ਸੰਪਰਕ ਕਰਨ ਦਾ ਮੌਕਾ ਮਿਲਦਾ ਸੀ। ਸੋ ਇਹ ਕਿਉਂਕਿ ਮੈਨੂੰ ਉੱਥੇ ਪੰਜਾਬ ਦੇ ਵਿੱਚ 5 ਸਾਲ ਪੜ੍ਹਨ ਦਾ ਵੀ ਮੌਕਾ ਮਿਲਿਆ। ਮੇਰਾ ਜਨਮ ਵੈਸੇ ਇੱਧਰਲਾ UK ਦਾ ਹੈ, ਪਰ ਫਿਰ ਮਾਤਾ ਪਿਤਾ ਦੀ ਅਤੇ ਬਜ਼ੁਰਗਾਂ ਦੀ ਇਹ ਸੋਚ ਸੀਗੀ ਕਿ ਤੁਸੀਂ ਬਾਹਰ ਜਾ ਕੇ ਉੱਥੇ ਪੰਜਾਬ ਦੇ ਵਿੱਚ ਜਾ ਕੇ ਵੀ 4-5 ਸਾਲ ਪੜ੍ਹ ਕੇ ਆਓ, ਤਾਂ ਕਿ ਤੁਸੀਂ ਉੱਥੇ ਦੀ ਜਿਹੜੀ ਮਿੱਟੀ ਆ ਅਤੇ ਉੱਥੇ ਜਿਹੜਾ ਸੱਭਿਆਚਾਰ ਆ, ਸਾਡੀ ਜ਼ੁਬਾਨ ਆ, ਸੰਸਕ੍ਰਿਤੀ, ਉਸ ਦੇ ਨਾਲ ਕਿਵੇਂ ਤੁਸੀਂ ਜੁੜ ਸਕਦੇ ਹੋ। ਸੋ ਉਸ ਦੀ ਬਦੌਲਤ ਮੈਂ ਸਮਝਦਾ ਹਾਂ ਕਿ ਦਾਸ ਨੂੰ ਉੱਥੇ ਰਹਿ ਕੇ ਤਾਂ ਬਹੁਤ ਕੁਛ ਸਿੱਖਣ ਦਾ ਮੌਕਾ ਮਿਲਿਆ। ਸੋ ਅਸੀਂ ਅਕਸਰ ਉੱਥੇ ਪੰਚਾਇਤ ਦੇ ਵਿੱਚ ਬੈਠਣ ਦਾ ਜਾਂ ਉੱਧਰ ਜਿੱਦਾਂ ਥਾਣਿਆਂ ਦੇ ਵਿੱਚ, ਕਚਹਿਰੀਆਂ ਦੇ ਵਿੱਚ ਜਾ ਕੇ ਲੋਕਾਂ ਦੀ ਜਦੋਂ ਅਸੀਂ ਮਦਦ ਕਰਦੇ ਹਾਂ, ਅਤੇ ਉਸ ਦਾ ਜੋ ਆਨੰਦ ਹੈ ਉਹ ਅਲੱਗ ਹੀ ਹੁੰਦਾ ਆ। ਸਾਡੇ ਚਾਚਾ ਜੀ ਜਿਹੜੇ ਸੀ, ਉਹ ਆਪਣੇ ਘਰਾਂ ਦੇ ਕੰਮਾਂ ਦੇ ਵਿੱਚ ਘੱਟ ਜਿਹੜੀ ਉਹਨਾਂ ਦੀ ਰੁਚੀ ਸੀਗੀ, ਉਹ ਕਹਿੰਦੇ ਸੀ ਜੋ ਮੈਨੂੰ
ਜੋ ਆਨੰਦ ਮਿਲਦਾ ਆ ਬਾਕੀਆਂ ਦੇ ਕੰਮ ਕਰਾਉਣ ਦੇ ਵਿੱਚ, ਉਹ ਆਪਣੇ ਕੰਮ ਕਰਨ ਦੇ ਵਿੱਚ ਨਹੀਂ ਮਿਲਦਾ। ਸੋ ਅਕਸਰ ਅਸੀਂ ਜਿੱਦਾਂ ਉਹਨਾਂ ਦੇ ਨਾਲ ਜਿੱਦਾਂ ਹੁਣ ਸਕੂਟਰ 'ਤੇ ਜਾਂ ਗੱਡੀ ਦੇ ਵਿੱਚ ਬੈਠ ਕੇ ਅਸੀਂ ਇੱਕ ਪਾਸੇ ਚੱਲ ਜਾਣਾ ਜੀ, ਦੂਜੇ ਪਾਸੇ। ਸੋ ਮੈਂ ਸੋਚਦਾ ਛੋਟੀ ਉਮਰ ਤੋਂ ਹੀ ਉੱਧਰ ਨੂੰ ਜਿਹੜੀ ਰੁਚੀ ਪੈਦਾ ਹੋ ਗਈ ਸੀ। ਪਰ ਹੌਲੀ ਹੌਲੀ ਜਿਵੇਂ ਹੋਸ਼ ਸੰਭਾਲਿਆ ਅਤੇ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਮੇਰੀ MPhil ਵੀ ਸੀ, ਉਹ ਵੀ ਜਿਹੜੀ ਇਤਿਹਾਸ ਅਤੇ ਸਿਆਸਤ ਉਸ 'ਤੇ ਸੀਗੇ ਵੀ ਮਾਡਰਨ ਏਸ਼ੀਅਨ ਹਿਸਟਰੀ ਐਂਡ ਪੋਲੀਟਿਕਸ। ਸੋ ਜਦੋਂ ਉਸ ਦੇ ਬਾਰੇ ਹੋਰ ਗਿਆਨ ਹਾਸਿਲ ਹੋਇਆ, ਸੋ ਮੈਂ ਸੋਚਿਆ ਕਿ ਜਦੋਂ ਆਪਾਂ ਨਾਲ ਦੀ ਨਾਲ ਕੰਮ ਤਾਂ ਹਰ ਇੱਕ ਨੇ ਕਰਨਾ ਹੁੰਦਾ, ਅਤੇ ਆਪਾਂ ਨੂੰ ਗੁਰੂ ਸਾਹਿਬ ਦੇ ਵੱਲੋਂ ਇਹ ਹੁਕਮ ਹੈ ਕਿ ਆਪਾਂ ਆਪਣੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਵਿਚਰੀਏ। ਪਰ ਉਸ ਦੇ ਨਾਲ ਨਾਲ ਜਿੰਨਾ ਵੀ ਸਮਾਂ ਮੇਰੇ ਕੋਲ ਸੀਗਾ, ਮੈਂ ਆਪਣੇ ਜਿਹੜੀ ਲੋਕਲ ਲੇਬਰ ਪਾਰਟੀ ਆ ਉਹ ਵੀ ਜੁਆਇਨ ਕੀਤੀ। ਹਾਂਜੀ, ਕਿੰਨੀ ਤੁਹਾਡੀ ਕਿੰਨੀ ਉਮਰ ਹੋਏਗੀ ਜਦੋਂ ਤੁਸੀਂ ਲੇਬਰ ਪਾਰਟੀ ਜੁਆਇਨ ਕੀਤੀ? ਉਹ ਹੁਣ ਤਾਂ ਤਕਰੀਬਨ ਆਪਣੇ 10-12 ਸਾਲ ਹੋ ਗਿਆ ਜੀ। ਸੋ ਤਕਰੀਬਨ ਉਦੋਂ ਮੈਂ ਆਪਣੇ 22-23 ਸਾਲਾਂ ਦਾ ਹੋਣਾ ਮੈਨੂੰ ਲੱਗਦਾ, ਸ਼ਾਇਦ 19 ਕੁ ਉਮਰ ਹੋਣੀ ਹੈ ਜੀ। ਠੀਕ ਹੈ। ਅਤੇ ਯੂਨੀਵਰਸਿਟੀ ਤੋਂ ਜਦੋਂ ਆਉਣ ਤੋਂ ਬਾਅਦ ਮੈਂ ਉਦੋਂ ਵੈਸੇ ਕਾਊਂਸਲ ਦੀ ਇਲੈਕਸ਼ਨ ਲਈ ਜਿਹਦਾ ਉਹਨਾਂ ਨੇ ਸੁਝਾਅ ਵੀ ਸੀ, ਪੇਸ਼ਕਸ਼ ਵੀ ਸੀ ਵੀ ਤੁਸੀਂ ਖੜੇ ਹੋਵੋ। ਪਰ ਉਦੋਂ ਮੈਂ ਥੋੜ੍ਹੇ ਸਮੇਂ ਲਈ ਉੱਥੇ ਸਕਾਟਲੈਂਡ ਵੀ ਕੰਮ ਕਰਨ ਗਿਆ। ਸੋ ਉਸ ਕਰਕੇ ਉਦੋਂ ਮੈਂ ਇਹ ਸੇਵਾ ਨਹੀਂ ਨਿਭਾ ਪਾਇਆ। ਪਰ 2007 ਦੇ ਵਿੱਚ ਫਿਰ ਪਹਿਲੀ ਕਾਊਂਸਲ ਦੀ ਇਲੈਕਸ਼ਨ ਸੀਗੀ, ਜਿਸ ਦੇ ਵਿੱਚ ਮੈਂ ਹਿੱਸਾ ਲਿਆ, ਅਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਅਤੇ ਜੋ ਗ੍ਰੇਵਜ਼ਮ ਇਲਾਕੇ ਦੀਆਂ ਜਿਹੜੀਆਂ ਸੰਗਤਾਂ ਨੇ, ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਦਾਸ ਨੂੰ ਕਾਊਂਸਲਰ ਬਣਨ ਦਾ ਮੌਕਾ ਮਿਲਿਆ। ਅਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ ਸਾਲ ਮੇਅਰ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ, ਅਤੇ ਮੌਜੂਦਾ ਸਮੇਂ ਦੇ ਵਿੱਚ ਜੋ ਕੈਬਨਿਟ ਹੁੰਦੀ ਹੈ ਜੋ ਗ੍ਰੇਵਜ਼ਮ ਕਾਊਂਸਲ ਦੀ, ਉਸ ਦੇ ਵਿੱਚ ਸੇਵਾ ਨਿਭਾਉਣ ਦਾ ਮੌਕਾ ਮਿਲ ਰਿਹਾ ਜੀ। ਬਿਲਕੁਲ। ਸੰਗਤਾਂ ਨੂੰ ਦੱਸ ਜਾਈਏ ਕਿ UK ਵਿੱਚ ਬਰਥ ਲੈ ਕੇ UK ਦਾ ਜੰਪਲ ਤੁਹਾਡੇ ਸਾਹਮਣੇ ਅੱਜ ਚੰਨੀ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਦੇ ਪਿਤਾ ਜੀ ਜਸਪਾਲ ਸਿੰਘ ਜੀ ਢੇਸੀ ਪਿਛਲੇ ਕਾਫੀ ਸਮਿਆਂ ਤੋਂ ਜਿਹੜੇ ਹੈਗੇ ਵਿਦਆਊਟ ਇਲੈਕਸ਼ਨ ਤੋਂ ਜਿਹੜੇ ਐਜ ਏ ਮੁੱਖ ਸੇਵਾਦਾਰ ਸੇਵਾ ਨਿਭਾ ਰਹੇ ਹਨ। ਕਿਉਂਕਿ ਇਹ ਜਿਹੜੀ ਸੇਵਾ ਦੀ ਬਖਸ਼ਿਸ਼ ਇਹ ਮਿਲਦੀ ਤਾਂ ਗੁਰੂਆਂ ਵੱਲੋਂ ਹੀ ਆ, ਲੇਕਿਨ ਮਾਤਾ ਪਿਤਾ ਦਾ ਜੋ ਸੰਸਕਾਰ ਹੁੰਦੇ ਉਹ ਜ਼ਰੂਰ ਕੁਛ ਨਾ ਕੁਛ ਬੱਚਿਆਂ ਤੱਕ ਛੱਡਦੇ ਆ, ਬੱਚਿਆਂ ਨੂੰ ਉਹਨਾਂ ਦੇ ਵਿੱਚੋਂ ਮਿਲਦਾ ਹੈ। ਤਾਂ ਉਹਨਾਂ ਸੇਵਾਵਾਂ ਕਰਕੇ ਅੱਜ ਸਾਡੇ ਨਾਲ ਚੰਨੀ ਜੀ ਇੱਥੇ ਐਜ ਏ ਪ੍ਰੈਜ਼ੀਡੈਂਟ ਗੱਤਕਾ ਫੈਡਰੇਸ਼ਨ UK ਸਾਡੇ ਨਾਲ ਪਹੁੰਚੇ ਹੋਏ ਹਨ। ਅਤੇ ਇਹ ਜਿਹੜਾ ਆਪਾਂ ਅੱਜ ਗੱਲਬਾਤ ਕਰਨੀ ਹੈ, ਗੱਤਕਾ ਫੈਡਰੇਸ਼ਨ UK ਦਾ ਜਿਹੜਾ ਗੱਤਕਾ ਚੈਂਪੀਅਨਸ਼ਿਪ ਹੋ ਰਿਹਾ ਤਕਰੀਬਨ ਸੰਡੇ 20 ਜੁਲਾਈ ਨੂੰ ਜੀ, ਉਹਦੇ ਬਾਰੇ ਆਪਾਂ ਸੰਗਤਾਂ ਨੂੰ ਵੀ ਕੀ ਪ੍ਰੋਸੀਜਰ ਆ, ਕਦੋਂ ਇਹਦੀ ਕੋਈ ਮੀਟਿੰਗ ਵਗੈਰਾ ਹੋਏਗੀ, ਉਹਦੇ ਬਾਰੇ ਆਪਾਂ ਕੁਝ ਗੱਲਬਾਤ ਕਰੀਏ ਜੀ। ਮੱਲੀ ਸਾਹਿਬ ਦੇਖੋ, ਇਹ ਸਾਡਾ ਇਹ ਟੀਚਾ ਹੈ ਕਿ ਆਪਾਂ ਸਭ ਤੋਂ ਪਹਿਲੀ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਜੋ UK ਦੇ ਲੈਵਲ 'ਤੇ ਆਪਾਂ ਕਰਨੀ ਆ, ਉਹ 20 ਜੁਲਾਈ ਨੂੰ ਹੋ ਰਹੀ ਆ। ਪਰ ਉਸ ਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜੇ ਅਲੱਗ-ਅਲੱਗ ਜਿਹੜੇ ਗੱਤਕੇ ਅਖਾੜੇ ਨੇ ਅਤੇ ਜਿਹੜੇ ਪ੍ਰਮੁੱਖ ਜਿਹੜੇ ਸੱਜਣ ਆਪਣੇ ਹਨ ਜਿਹੜੇ UK ਦੇ ਵਿੱਚ ਨੇ, ਉਹਨਾਂ ਦੇ ਨਾਲ ਅਸੀਂ ਸੰਪਰਕ ਅਤੇ ਰਾਬਤਾ ਕਾਇਮ ਕਰ ਰਹੇ ਹਾਂ। ਕਿਉਂਕਿ ਅਸੀਂ 6 ਅਪ੍ਰੈਲ ਨੂੰ ਮੀਟਿੰਗ ਸੱਦੀ ਹੋਈ ਆ, ਜੋ 11 ਵਜੇ 6 ਅਪ੍ਰੈਲ ਨੂੰ ਆਪਣੇ ਗ੍ਰੇਵਜ਼ਨ ਗੁਰੂ ਘਰ ਦੇ ਵਿਖੇ ਹੋਵੇਗੀ। ਉਸ ਦੇ ਵਿੱਚ ਅਸੀਂ ਜਿਹੜੇ ਅਲੱਗ-ਅਲੱਗ ਗੱਤਕਾ ਅਖਾੜਿਆਂ ਦੇ ਨੁਮਾਇੰਦਿਆਂ ਨੂੰ ਖੁੱਲ੍ਹਾ ਸੱਦਾ ਪੱਤਰ ਉਹਨਾਂ ਨੂੰ ਦਿੱਤਾ ਗਿਆ ਹੈ ਕਿ ਉਹ ਇੱਥੇ ਆਉਣ, ਆਪਣੇ ਜਿਹੜੇ ਵਡਮੁੱਲੇ ਜਿਹੜੇ ਆਪਣੇ ਵਿਚਾਰ ਨੇ ਉਹ ਸਾਨੂੰ ਦੇਣ, ਤਾਂ ਕਿ ਜਿਹੜੀ ਅਸੀਂ ਇਹ ਜਿਹੜੀ ਚੈਂਪੀਅਨਸ਼ਿਪ ਹੈ, ਜੋ ਜਿਹੜੀਆਂ ਖੇਡਾਂ ਆਪਾਂ ਕਰਾ ਰਹੇ ਹਾਂ, ਕਿ ਇਸ ਨੂੰ ਆਪਾਂ ਵੱਡੇ ਤੋਂ ਵੱਡਾ ਕਿਵੇਂ ਕਰ ਸਕਦੇ ਹਾਂ। ਬਿਲਕੁਲ। ਸੋ ਇਹ ਮੈਂ ਸਮਝਦਾ ਹਾਂ ਕਿ ਜਿਵੇਂ ਤੁਸੀਂ ਆਪਣੇ ਆਗਾਜ਼ ਦੇ ਵਿੱਚ ਵੀ ਫਰਮਾਇਆ ਸੀ ਕਿ ਆਪਾਂ ਇਹਨੂੰ ਜਿਹੜੀ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ, ਜੋ ਨਵੀਂ ਪਨੀਰੀ ਹੈ, ਉਸ ਨੂੰ ਆਪਾਂ ਕਿੱਦਾਂ ਵੀ ਸਹੀ ਰਸਤੇ ਵੱਲ, ਜਿਹੜਾ ਗੱਤਕੇ ਜਾਂ ਹੋਰ ਖੇਡਾਂ ਦੇ ਵੱਲ ਉਹਨਾਂ ਦੀ ਰੁਚੀ ਆਪਾਂ ਪੈਦਾ ਕਰੀਏ। ਕਿਉਂਕਿ ਜੇ ਆਪਾਂ ਇਹ ਨਹੀਂ ਕਰਦੇ ਤਾਂ ਜਿਹੜੀ ਮੈਂ ਸਮਝਦਾ ਵੀ ਅਗਲੀ ਪੀੜ੍ਹੀ ਹੈ ਉਹ ਗਲਤ ਰਸਤੇ ਵੱਲ ਪੈ ਜਾਊਗੀ। ਆਪਾਂ ਨੂੰ ਉਹਨਾਂ ਨੂੰ ਸੰਭਾਲਣ ਦੀ ਵੀ ਲੋੜ ਹੈ। ਅਤੇ ਜੇ ਆਪਾਂ ਧਾਰਮਿਕ ਤੌਰ 'ਤੇ ਵੀ ਸੋਚੀਏ ਵੀ ਆਪਾਂ ਗੱਤਕਾ ਜੋ ਹੈ ਉਹ ਸਿੱਖ ਵਿਰਾਸਤ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਉਹ ਤਾਂ ਬਹੁਤ ਵੱਡਾ ਸਥਾਨ ਹੈ। ਜਦੋਂ ਆਪਾਂ ਦੇਖਦੇ ਹਾਂ ਵੀ ਹੋਰ ਗੇਮਾਂ ਥੋੜ੍ਹੇ ਸਮੇਂ ਦੇ ਵਿੱਚ ਵੀ ਉਹ ਇੰਨੀਆਂ ਪਾਪੂਲਰ ਹੋ ਗਈਆਂ, ਓਲੰਪਿਕ ਗੇਮਾਂ ਬਣ ਗਈਆਂ, ਸਾਡੀ ਗੱਤਕਾ ਜਿਹੜੀ ਗੇਮ ਸੀਗੀ, ਇਹਨੂੰ ਅਸੀਂ ਕੀ ਰੀਜ਼ਨ ਹੈਗਾ ਵੀ ਕਿਉਂ ਨਹੀਂ ਹੁਣ ਤੱਕ ਨੈਸ਼ਨਲ ਗੇਮ ਵੀ ਨਹੀਂ ਅਸੀਂ ਬਣਾ ਸਕੇ ਜੀ, ਅਤੇ ਓਲੰਪਿਕ ਦੇ ਵਿੱਚ ਪਹੁੰਚਣਾ ਤਾਂ ਬੜੀ ਦੂਰ ਦੀਆਂ ਗੱਲਾਂ। ਅਤੇ ਕੀ ਆਪਾਂ ਕੋਈ ਇੱਦਾਂ ਦੇ ਉਪਰਾਲੇ ਜਾਂ ਇੱਦਾਂ ਦੀ ਕੋਈ ਸੋਚ ਕਿੱਥੋਂ ਇਹ ਕੋਈ
ਇੰਡੀਆ ਦੇ ਵਿੱਚ ਕੁਝ, ਪੰਜਾਬ ਦੇ ਵਿੱਚ ਕੋਈ ਇਹਦੇ ਬਾਰੇ ਕੁਝ ਹੋ ਰਿਹਾ? ਜੀ ਜੀ, ਦੇਖੋ ਮਨੀ ਸਾਹਿਬ, ਜਿਹੜੀ ਆਪਣੇ ਇੰਡੀਆ ਦੇ ਵਿੱਚ ਜੋ ਹੈ ਉੱਥੇ ਇੱਕ ਗੱਤਕਾ ਫੈਡਰੇਸ਼ਨ ਆਫ ਇੰਡੀਆ ਸਥਾਪਿਤ ਹੈ। ਠੀਕ ਹੈ ਅਤੇ ਉਹ ਬਹੁਤ ਵਧੀਆ ਕਾਰਜ ਉੱਥੇ ਕਰ ਰਹੇ ਨੇ ਅਤੇ ਲੋਕਾਂ ਨੂੰ ਜੋੜ ਕੇ ਵੀ ਗੱਤਕੇ ਨੂੰ ਹੋਰ ਪ੍ਰਫੁੱਲਤ ਕਰ ਰਹੇ ਨੇ। ਠੀਕ ਹੈ। ਪਰ ਉਸ ਦੇ ਨਾਲ ਨਾਲ ਉਹਨਾਂ ਦਾ ਇਹ ਵਿਚਾਰ ਆ ਕਿ ਆਪਾਂ ਇਸ ਨੂੰ ਜਿਹੜੀ ਇੰਡੀਅਨ 올림픽 ਐਸੋਸੀਏਸ਼ਨ ਹੈ ਵੀ ਉਸ ਦੇ ਤਹਿਤ ਵੀ ਅਸੀਂ ਉਸ ਦਰਜੇ ਤੱਕ ਇਹਨੂੰ ਲੈ ਕੇ ਆਈਏ। ਉਸ ਦੇ ਲਈ ਉਹਨਾਂ ਨੇ ਹੁਣ ਜਿਹੜੇ ਅਲੱਗ-ਅਲੱਗ ਜਿਹੜੇ ਜ਼ਿਲ੍ਹੇ ਨੇ ਡਿਸਟ੍ਰਿਕਟ ਲੈਵਲ ਤੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਤੌਰ ਤੇ ਉਹ ਯੂਨਿਟ ਬਣਾ ਰਹੇ ਨੇ ਅਤੇ ਬਹੁਤ ਹੱਦ ਤੱਕ ਤਾਂ ਬਣ ਚੁੱਕੇ ਨੇ। ਅਤੇ ਇਸ ਦੇ ਨਾਲ ਨਾਲ ਉਹ ਜਿਹੜੇ ਬਾਕੀ ਜਿਹੜੀਆਂ ਸਟੇਟਸ ਨੇ ਵੀ ਜੋ ਇੰਡੀਆ ਦੇ ਅਲੱਗ-ਅਲੱਗ ਸਟੇਟ ਨੇ ਉਹਨਾਂ ਦੇ ਵਿੱਚ ਜੋ ਅਲੱਗ ਫੈਡਰੇਸ਼ਨ ਸਥਾਪਿਤ ਕਰ ਰਹੇ ਨੇ। ਠੀਕ ਹੈ। ਉਹਨਾਂ ਦਾ ਇਹ ਟੀਚਾ ਹੈ ਕਿ ਆਪਾਂ ਜੇ ਉਹ ਇਸ ਤਰੀਕੇ ਨਾਲ ਕਰਕੇ ਵੀ ਇਹਨੂੰ ਇੰਡੀਅਨ 올림픽 ਐਸੋਸੀਏਸ਼ਨ ਦੇ ਵਿੱਚ ਇੱਕ ਸਪੋਰਟ ਦਾ ਬਕਾਇਦਾ ਤੌਰ ਤੇ ਦਰਜਾ ਮਿਲ ਜੂਗਾ। ਦਰਜਾ ਮਿਲ ਜੂ। ਠੀਕ ਹੈ। ਕਿਉਂਕਿ ਜੇ ਆਪਾਂ 올림픽ਸ ਜਾਂ ਕਾਮਨਵੈਲਥ ਗੇਮਾਂ ਜਾਂ ਇਸ ਲੈਵਲ ਤੇ ਆਪਾਂ ਗੱਲ ਕਰ ਰਹੇ, ਜੇ ਆਪਾਂ ਸਭ ਤੋਂ ਪਹਿਲਾਂ ਇਹਦੀਆਂ ਨੀਹਾਂ ਨਾ ਰੱਖੀਏ ਤਾਂ ਉਸ ਉਚਾਈਆਂ ਤੱਕ ਆਪਾਂ ਕਦੀ ਵੀ ਪਹੁੰਚ ਨਹੀਂ ਸਕਦੇ। ਬਿਲਕੁਲ। ਸੋ ਇਹ ਜਿਹੜਾ ਉੱਥੇ ਆਪਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਹੈ ਅਤੇ ਪੰਜਾਬ ਗੱਤਕਾ ਫੈਡਰੇਸ਼ਨ ਹੈ, ਜੋ ਇਹ ਸਭ ਸੰਸਥਾਵਾਂ ਨੇ, ਜਿਵੇਂ ਵਰਲਡ ਗੱਤਕਾ ਫੈਡਰੇਸ਼ਨ ਵੀ ਜਿਹੜੀ ਹੈ ਉਸ ਦੇ ਬਾਰੇ ਵੀ ਆਪਾਂ ਬਾਅਦ ਵਿੱਚ ਵਿਚਾਰ ਕਰਾਂਗੇ, ਪਰ ਉਹ ਸਭ ਪੰਜਾਬ ਆਪਣਾ ਅਖੀਰ ਤੇ ਆਪਣਾ ਉਹੀ ਧੁਰਾ ਹੈ, ਉਹ ਕੇਂਦਰ ਬਿੰਦੂ ਹੈ। ਇਹ ਸਭ ਜਿਹੜੀਆਂ ਸੰਸਥਾਵਾਂ ਦਾ ਉੱਥੋਂ ਹੀ ਜਿਹੜੇ ਉੱਥੇ ਆਪਣੇ ਗੱਤਕਾ ਪ੍ਰੇਮੀ ਨੇ ਉਹ ਇਹ ਸਭ ਕਾਰਜ ਦਾ ਉਹਨਾਂ ਨੇ ਬੀੜਾ ਚੁੱਕਿਆ ਹੋਇਆ ਕਿ ਆਪਾਂ ਇਹਨੂੰ ਕਿਵੇਂ ਅਗਾਂਹ ਲੈ ਕੇ ਜਾਣਾ ਹੈ। ਬਿਲਕੁਲ। ਸੋ ਇਹ ਜਿਹੜਾ ਗੱਤਕਾ ਫੈਡਰੇਸ਼ਨ ਆਫ ਇੰਡੀਆ ਹੈ, ਉਹਨਾਂ ਨੇ ਸਭ ਤੋਂ ਪਹਿਲਾਂ ਇਹਨੂੰ ਇੰਡੀਅਨ 올림픽 ਐਸੋਸੀਏਸ਼ਨ ਦੇ ਸਪੋਰਟ ਦੇ ਵਿੱਚੋਂ ਮਾਨਤਾ ਦਿਵਾਉਣੀ ਹੈ। ਠੀਕ ਹੈ। ਉਸ ਤੋਂ ਬਾਅਦ ਜਿਹੜੀ ਗੱਤਕਾ ਫੈਡਰੇਸ਼ਨ, ਜਿਹੜੀ ਵਰਲਡ ਗੱਤਕਾ ਫੈਡਰੇਸ਼ਨ ਹੈ, ਉਹਨਾਂ ਦਾ ਇਹ ਟੀਚਾ ਹੈ ਕਿ ਆਪਾਂ ਇਸ ਨੂੰ ਕਿਵੇਂ ਕਾਮਨਵੈਲਥ ਗੇਮਸ, ਏਸ਼ੀਅਨ ਗੇਮਸ ਅਤੇ ਅਖੀਰ ਵਿੱਚ 올림픽ਸ ਗੇਮ ਦੇ ਵਿੱਚ ਕਿਵੇਂ ਆਪਾਂ ਲਿਆ ਸਕਦੇ ਹਾਂ। ਬਿਲਕੁਲ ਬਿਲਕੁਲ। ਉਸ ਦੇ ਲਈ ਆਪਣੇ ਕਈ ਆਪਾਂ ਨੂੰ ਪ੍ਰਾਪਤੀਆਂ ਪਹਿਲਾਂ ਕਰਨੀਆਂ ਪੈਣੀਆਂ। ਵਰਲਡ ਗੱਤਕਾ ਫੈਡਰੇਸ਼ਨ ਜਿਸ ਦੀ ਸਰਪ੍ਰਸਤੀ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੋ MP ਨੇ ਉਹ ਸਰਪ੍ਰਸਤੀ ਕਰ ਰਹੇ ਨੇ, ਪਰ ਇਸ ਦੇ ਵਿੱਚ ਹੋਰ ਬਹੁਤ ਸਾਰੇ ਜਿਹੜੇ ਉੱਚ ਅਧਿਕਾਰੀ ਨੇ, ਗੁਰਸਿੱਖ ਨੇ, ਆਪਣੇ ਉੱਥੋਂ ਭੁੱਲਰ ਸਾਹਿਬ ਨੇ ਅਤੇ ਸਰਦਾਰ ਹਰਜੀਤ ਸਿੰਘ ਗਰੇਵਾਲ ਨੇ ਜੋ ਡਿਪਟੀ ਡਾਇਰੈਕਟਰ ਵੀ ਨੇ ਆਪਣੇ ਪੰਜਾਬ ਪਬਲਿਕ ਰਿਲੇਸ਼ਨਸ ਦੇ। ਅਤੇ ਇਸ ਦੇ ਨਾਲ ਨਾਲ ਸਰਦਾਰ ਓਬਰੋਏ ਸਾਹਿਬ, ਸੁਰਿੰਦਰਪਾਲ ਸਿੰਘ ਓਬਰੋਏ, ਜਿਸ ਨੂੰ ਆਪ ਸ਼ਾਇਦ ਵਾਕਿਫ ਹੋਣਗੇ ਕਿ ਜਿਹੜੇ ਆਪਣੇ ਦੁਬਈ ਦੇ ਵਿੱਚ ਵੀ ਜਿਹੜੇ ਆਪਣੇ 17 ਪੰਜਾਬੀ ਸਿੰਘ ਓਬਰਾਏ ਜੀ, ਸੋ ਉਹ ਓਬਰੋਏ ਸਾਹਿਬ ਨੇ ਦੀ ਬਦੌਲਤ ਹੀ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਅਤੇ ਉਹਨਾਂ 17 ਜੋ ਪੰਜਾਬੀ ਨੌਜਵਾਨਾਂ ਨੂੰ ਵੀ ਉਹਨਾਂ ਨੇ ਰਿਹਾ ਕਰਵਾਇਆ ਉੱਥੋਂ, ਜੋ ਪਿਛਲੇ ਮਹੀਨੇ ਆਏ ਹਨ। ਜੀ ਬਿਲਕੁਲ। ਸੋ ਉਹ ਵੀ ਅਗਵਾਈ ਕਰ ਰਹੇ ਨੇ ਅਤੇ ਇਹ ਅਲੱਗ-ਅਲੱਗ ਜਿਹੜੇ ਵਿਅਕਤੀ ਨੇ ਇਹ ਚਾਹੁੰਦੇ ਨੇ ਕਿ ਆਪਾਂ ਦੇਖੋ, ਜੇ ਆਪਾਂ 40 ਦੇਸ਼ਾਂ ਦੇ ਵਿੱਚ ਜੇ ਅਸੀਂ ਫੈਡਰੇਸ਼ਨਾਂ ਕਾਇਮ ਕਰ ਦਈਏ ਤਾਂ ਉੱਥੇ ਬਕਾਇਦਾ ਨੈਸ਼ਨਲ ਚੈਂਪੀਅਨਸ਼ਿਪ ਹੋਣ। ਠੀਕ ਹੈ। ਫਿਰ ਆਪਾਂ 올림픽ਸ ਦੇ ਵਿੱਚ ਜੋ ਆਪਣੇ ਗੱਤਕਾ ਦਾ ਜਿਹੜਾ 올림픽 ਜਿਹੜਾ ਸਪੋਰਟਸ ਦੇ ਤੌਰ ਤੇ ਗੱਤਕੇ ਨੂੰ ਮਾਨਤਾ ਮਿਲ ਸਕਦੀ ਹੈ। ਸੋ ਇਹ ਜੇ ਆਪਾਂ ਕਹੀਏ ਵੀ ਬਹੁਤ ਸੰਘਰਸ਼ ਤੋਂ ਬਾਅਦ ਆਪਾਂ ਉਸ ਦਰਜੇ ਤੱਕ ਪਹੁੰਚ ਸਕਦੇ ਹਾਂ। ਪਰ ਜੇ ਆਪਾਂ ਗੱਲ ਲੈ ਕੇ ਆਈਏ ਵੀ UK ਦੇ ਵਿੱਚ, ਆਪਾਂ ਨੂੰ ਸਭ ਤੋਂ ਪਹਿਲਾਂ ਵੀ ਇੱਥੇ ਜਥੇਬੰਦਕ ਤੌਰ ਤੇ ਆਪਾਂ ਨੂੰ ਢਾਂਚਾ ਬਣਾਉਣਾ ਪੈਣਾ ਹੈ ਤਾਂ ਕਿ ਆਪਾਂ ਵਧੀਆ ਤਰੀਕੇ ਨਾਲ ਆਪਾਂ ਆਪਣੇ ਦੇਸ਼ ਦੇ ਵਿੱਚ ਉਹ ਜਿਹੜੇ ਗੱਤਕਾਬਾਜ਼ ਨੇ, ਜਿਹੜੇ ਆਪਣੀ ਅਗਲੀ ਪੀੜ੍ਹੀ ਹੈ, ਜਿਹੜੇ ਨੌਜਵਾਨ ਤੇ ਮੁਟਿਆਰਾਂ ਨੇ, ਉਹਨਾਂ ਨੂੰ ਆਪਾਂ ਕਿਵੇਂ ਵਰਲਡ ਕੱਪ ਤੱਕ ਲੈ ਕੇ ਜਾਣਾ ਹੈ। ਬਿਲਕੁਲ ਬਿਲਕੁਲ। ਇਹ ਆਪਾਂ ਫਿਰ ਜਿਹੜਾ UK ਬੇਸਿਸ ਕਰਾਵਾਂਗੇ, ਕਿਉਂਕਿ ਕਾਫੀ ਟੀਮਾਂ ਆਲਰੇਡੀ ਅਲੱਗ-ਅਲੱਗ ਟਾਊਨਾਂ ਦੇ ਵਿੱਚ ਜਿਹੜੇ ਬੱਚੇ ਪ੍ਰੈਕਟਿਸ ਕਰ ਰਹੇ ਆ, ਪਰ ਉਹਨਾਂ ਦੇ ਹਰ ਅਖਾੜੇ ਦਾ ਆਪਣਾ ਆਪਣਾ ਜਿਹੜੇ ਕਾਨੂੰਨ ਐਂਡ ਕਾਇਦੇ ਬਣੇ ਹੋਏ ਆ। ਇਹਦੇ ਬਾਰੇ ਫਿਰ ਕੋਈ, ਕਿਉਂਕਿ ਹਰ ਗੇਮ ਦੇ ਕਾਨੂੰਨ ਕਾਇਦੇ ਬਣੇ ਹੁੰਦੇ ਆ ਤੇ ਉਹਨਾਂ ਦੇ ਵਿੱਚ ਵੀ ਕਿਹੜੇ ਫਾਉਲ ਆ, ਕਿਹੜੇ ਤੇ ਪੁਆਇੰਟ ਮਿਲਣਾ, ਉਹ ਉਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਆਪਾਂ ਕੋਈ ਕੁਝ ਕਰ ਰਹੇ? ਇਹ ਮਲੀ ਸਾਹਿਬ, ਬਹੁਤ ਵਧੀਆ ਸਵਾਲ ਆ ਤੁਹਾਡਾ, ਕਿਉਂਕਿ ਦੇਖੋ ਇਹ ਹਰ ਇੱਕ ਵਿਅਕਤੀ ਦੀ ਅਲੱਗ-ਅਲੱਗ ਸੋਚ ਹੁੰਦੀ ਆ। ਅਖਾੜੇ ਤਾਂ ਤੁਸੀਂ ਛੱਡੋ ਵੀ ਜਦੋਂ ਆਪਾਂ ਅਲੱਗ-ਅਲੱਗ ਵਿਅਕਤੀ ਦੀ ਅਲੱਗ ਸੋਚ ਹੈ, ਅਖਾੜਿਆਂ ਦਾ ਸੁਭਾਵਿਕ ਤੌਰ ਤੇ ਵੀ ਹਰ ਇੱਕ ਦਾ ਆਪਣੇ ਆਪਣੇ ਪਰੰਪਰਾ, ਆਪਣੀ ਆਪਣੀ ਮਰਿਆਦਾ ਹੁੰਦੀ ਹੈ, ਉਹਨਾਂ ਦੇ ਕਾਇਦੇ ਕਾਨੂੰਨ ਵੀ ਅਲੱਗ ਹੁੰਦੇ ਨੇ। ਸੋ ਆਪਾਂ ਜੋ ਗੱਤਕਾ ਫੈਡਰੇਸ਼ਨ UK ਹੈ
ਉਹ ਸੰਬੰਧ ਰੱਖਦੀ ਹੈ ਜੋ ਜਿਹੜੀ ਇਸ ਐਫੀਲੀਏਟਡ ਟੂ ਦ ਵਰਲਡ ਗੱਤਕਾ ਫੈਡਰੇਸ਼ਨ, ਵੀ ਉਹਨਾਂ ਦੀ ਜਿਹੜੀ ਸੰਬੰਧ ਹੈ ਉਹ ਵਰਲਡ ਗੱਤਕਾ ਫੈਡਰੇਸ਼ਨ ਦੇ ਨਾਲ ਆਪਾਂ ਜਿਹੜੇ ਉਹਨਾਂ ਦੇ ਕਾਇਦੇ ਕਾਨੂੰਨ ਦੇ ਮੁਤਾਬਕ ਆਪਾਂ ਚੱਲਣਾ ਹੈ। ਹਾਂਜੀ। ਸੋ ਜਿਹੜੀ ਵਰਲਡ ਮੈਂ ਤੁਹਾਨੂੰ ਇੱਥੇ ਇੱਕ ਹੋਰ ਕੁਐਸਚਨ ਉੱਠਦਾ, ਜਿਹੜੀ ਵਰਲਡ ਗੱਤਕਾ ਫੈਡਰੇਸ਼ਨ ਆਲਰੇਡੀ ਸਟੈਬਲਿਸ਼ ਹੋ ਚੁੱਕੀ ਹੈ? ਜੀ ਜੀ ਬਿਲਕੁਲ ਜੀ। ਉਹ ਜਿਵੇਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਵੀ ਉਹ ਪੰਜਾਬ ਦੇ ਵਿੱਚ ਉੱਥੋਂ ਰਨ ਹੋ ਰਹੀ ਹੈ। ਓਕੇ। ਤੇ ਉਹਨਾਂ ਦੀ ਬਦੌਲਤ ਹੀ ਜਿਹੜਾ ਉਹਨਾਂ ਨੇ ਏਸ਼ੀਆ ਕੱਪ ਵੀ ਕਰਾ ਰਹੇ ਨੇ, ਅਤੇ ਅਗਲੇ ਸਾਲ ਉਹਨਾਂ ਦਾ ਟੀਚਾ ਹੈ ਕਿ ਅਸੀਂ ਵਰਲਡ ਕੱਪ ਕਰਾਈਏ। ਵੱਖ-ਵੱਖ ਦੇਸ਼ਾਂ ਦੇ ਵਿੱਚ ਆਲਰੇਡੀ ਉਹਨਾਂ ਨੇ ਕੰਮ ਜਿਹੜਾ ਹੈਗਾ ਸ਼ੁਰੂ ਕਰ ਦਿੱਤਾ ਹੈ। ਬਿਲਕੁਲ ਜੀ। ਉੱਥੇ ਆਪਣੇ ਫਿਲੀਪੀਨਸ ਦੇ ਵਿੱਚ ਗੱਤਕਾ ਫੈਡਰੇਸ਼ਨ ਸਥਾਪਿਤ ਹੋ ਗਈ ਹੈ, ਮਲੇਸ਼ੀਆ ਦੇ ਵਿੱਚ, ਆਪਣੇ ਉਧਰ ਦੁਬਈ ਵੱਲ, ਹੋਰ ਜਿਹੜੇ ਯੂਰਪ ਦੇ ਕਈ ਦੇਸ਼ ਨੇ ਉਹਨਾਂ ਦੇ ਵਿੱਚ ਵੀ। ਤਾਂ ਉਹਨਾਂ ਨੇ ਪਿਛਲੇ ਸਾਲ ਦਾਸ ਨੂੰ ਹੁਕਮ ਹੋਇਆ ਸੀ ਵੀ ਤੁਸੀਂ ਵੀ ਜਿਹੜੀ ਗੱਤਕਾ ਫੈਡਰੇਸ਼ਨ ਯੂਕੇ ਹੈ ਵੀ ਸਥਾਪਿਤ ਆਪਾਂ ਇੱਥੇ ਕਰਕੇ ਤਾਂ ਤੁਸੀਂ ਉਹਦੀ ਅਗਵਾਈ ਕਰੋ, ਤਾਂ ਕਿ ਆਪਾਂ ਥੋੜ੍ਹੇ ਹੀ ਸਮੇਂ ਦੇ ਵਿੱਚ ਵੀ ਆਪਾਂ ਇੱਥੇ ਨੈਸ਼ਨਲ ਚੈਂਪੀਅਨਸ਼ਿਪ ਕਰਾਈਏ। ਬਿਲਕੁਲ। ਅਤੇ ਉਸ ਤੋਂ ਬਾਅਦ ਆਪਾਂ ਵੀ ਗੱਤਕੇ ਨੂੰ ਹੋਰ ਇੱਥੇ ਪ੍ਰਫੁੱਲਿਤ ਕਰੀਏ, ਤਾਂ ਕਿ ਆਪਾਂ ਇੱਥੇ ਸੰਗਤਾਂ ਨੂੰ ਦੱਸੇ ਜਾਈਏ ਕਿ ਵਰਲਡ ਗੱਤਕਾ ਫੈਡਰੇਸ਼ਨ ਜਿਹੜੀ ਆਲਰੇਡੀ ਐਸਟੈਬਲਿਸ਼ ਹੋ ਚੁੱਕੀ ਆ, ਉਹਨਾਂ ਨੇ ਜਿਹੜਾ ਕੰਮ ਹੈਗਾ ਆਲਰੇਡੀ ਸ਼ੁਰੂ ਕਰ ਦਿੱਤਾ ਹੈਗਾ। ਤਕਰੀਬਨ ਮੇਰਾ ਖਿਆਲ 2-4 ਸਾਲਾਂ ਤੋਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਹੋਇਆ। ਜਿੱਥੇ ਕਿਤੇ ਵੀ ਸਾਡੀ ਸਿੱਖ ਕੌਮ ਵਸਦੀ ਆ, ਕਿਉਂਕਿ ਸਿੱਖ ਤਾਂ ਤਕਰੀਬਨ ਹਰ ਦੁਨੀਆ ਦੇ ਹਰ ਕੋਨੇ 'ਚ ਹੀ ਬੈਠਾ, ਅਤੇ ਉਹ ਉਸ ਬੇਸਿਸ ਦੇ ਉੱਤੇ ਜਿਹੜੀਆਂ ਟੀਮਾਂ ਆਪਣੀਆਂ ਤਿਆਰ ਕਰ ਰਹੇ ਆ, ਅਤੇ ਜਿਹੜੀਆਂ ਕਾਨੂੰਨ ਕਾਇਦੇ ਆ ਉਹਨਾਂ ਨੇ ਉਹ ਇੱਕ ਬੁੱਕਲੇਟ ਵੀ ਤਿਆਰ ਕੀਤੀ ਹੋਈ ਆ। ਬਿਲਕੁਲ। ਉਹ ਬੁੱਕਲੇਟ ਵੀ ਜਿਹੜੀ ਹੈਗੀ ਆ, ਜਿਹੜੀਆਂ ਸਾਰੀਆਂ ਸੰਗਤਾਂ ਨੂੰ ਜਿਹੜੇ ਇੰਟਰਸਟਡ ਪਾਰਟੀਜ਼ ਹੈਗੀਆਂ ਉਹਨਾਂ ਨੂੰ ਤੁਸੀਂ ਭੇਜੋਗੇ। ਅਤੇ ਉਹਦੇ ਵਾਸਤੇ ਜਿਹੜੀ ਇਹ ਪ੍ਰੋਪਰ ਜਿਹੜੀ ਈਮੇਲ ਆਈਡੀ ਤੁਹਾਡੀ ਕੋਈ ਨਾ ਕੋਈ ਬਣੀ ਹੋਏਗੀ ਜਿਹੜੀ ਆਪਾਂ ਸੰਗਤਾਂ ਤੱਕ ਪਹੁੰਚਾਉਣੀ ਹੈਗੀ ਆ। ਉਹ ਵੀ ਦੱਸੋ ਕੀ ਈਮੇਲ ਆਈਡੀ ਹੈਗੀ, ਤਾਂ ਕਿ ਲੋਕ ਉੱਥੋਂ ਤੁਹਾਨੂੰ ਆਪਣਾ ਕੋਈ ਕੁਐਸਚਨ ਕਰਨਾ ਚਾਹੁੰਦੇ ਆ ਜੀ, ਉਹ ਆਪਾਂ ਦੇ ਸਕੀਏ। ਜੀ ਦੇਖੋ ਮਨੀ ਸਾਹਿਬ, ਜਿਹੜੇ ਗੱਤਕਾ ਫੈਡਰੇਸ਼ਨ ਯੂਕੇ ਜੋ ਹੈ, ਹਾਂਜੀ, ਉਸ ਦਾ ਜੋ ਵੈਬਸਾਈਟ ਪੇਜ ਹੈ ਉਹ ਇਸ ਵੇਲੇ ਤਿਆਰ ਹੋ ਰਿਹਾ ਹੈ। ਉਸ ਦਾ ਆਪਣਾ ਐਡਰੈਸ ਹੈ www.gatkafederation.org। ਹਾਂਜੀ। ਅਤੇ ਉਸ ਤੋਂ ਬਾਅਦ ਆਪਾਂ ਫੇਸਬੁੱਕ 'ਤੇ ਵੀ ਹੈ ਜੋ ਗੱਤਕਾ ਫੈਡਰੇਸ਼ਨ ਯੂਕੇ ਹੈ। ਉਹ ਤੁਸੀਂ ਅਲੱਗ ਜਾਣਕਾਰੀ ਜਿਹੜੇ ਹੁਣ ਚਲੋ ਕਈ ਵਿਅਕਤੀ ਤਾਂ ਹਜੇ ਇੰਟਰਨੈਟ ਦੇ ਰਾਹੀਂ ਹਜੇ ਇੰਨੇ ਉਹ ਵਾਕਿਫ ਨਹੀਂ ਹਨ, ਪਰ ਸਾਡੀ ਕੋਸ਼ਿਸ਼ ਹੈ ਕਿ ਜਿਹੜੀ ਅਗਲੀ ਪੀੜ੍ਹੀ ਆ ਉਹ ਫੇਸਬੁੱਕ ਹੋਵੇ ਜਾਂ ਟਵਿੱਟਰ ਹੋਵੇ ਜਾਂ ਇੰਟਰਨੈਟ ਦੇ ਰਾਹੀਂ ਵੀ ਉਹ ਇਹ ਸਭ ਜਾਣਕਾਰੀ ਹਾਸਲ ਕਰ ਸਕਦੇ ਨੇ। ਪਰ ਮੈਂ ਸ਼ੋਰ ਜਿਹੜੀ ਤੁਸੀਂ ਇਹ ਗੱਲ ਕਰਦੇ ਹੋ, ਕਿਉਂਕਿ ਜਿੰਨੀ ਯੰਗ ਜਨਰੇਸ਼ਨ ਹੈਗੀ ਉਹ ਸਾਰੀ ਵੈਲ ਕਨੈਕਟਡ ਆ, ਸੋ ਥੋੜ੍ਹਾ ਜਿਹਾ ਤੁਹਾਨੂੰ ਮੈਸੇਜ ਭੇਜਣ ਦੀ ਲੋੜ ਹੈ, ਆਟੋਮੈਟਿਕਲੀ ਉਹਨਾਂ ਨੇ ਇੰਟਰਨੈਟ 'ਤੇ ਜਾ ਕੇ ਫਾਈਂਡ ਆਊਟ ਕਰ ਲੈਣਾ। ਸੋ ਜਿਹੜਾ ਫੇਸਬੁੱਕ ਦਾ ਜਿਹੜਾ ਪੇਜ ਹੈ ਉਹ ਗੱਤਕਾ ਫੈਡਰੇਸ਼ਨ ਯੂਕੇ ਹੈ, ਅਤੇ ਇਹ ਟਵਿੱਟਰ 'ਤੇ ਵੀ ਹੈ ਗੱਤਕਾ ਫੈਡ ਯੂਕੇ, ਅਤੇ ਇਸ ਦੇ ਨਾਲ ਆਪਣਾ ਯੂਟਿਊਬ 'ਤੇ ਵੀ ਗੱਤਕਾ ਫੈਡਰੇਸ਼ਨ ਯੂਕੇ ਹੈ। ਅਤੇ ਜੇ ਤੁਸੀਂ ਈਮੇਲ ਕਰਨਾ ਚਾਹੋ ਤਾਂ ਉਹ ਆਪਣਾ ਈਮੇਲ ਐਡਰੈਸ ਹੈ gatkafeduk@gmail.com. So if anybody would like to contact Gatka Federation UK, all you need to do is go onto Facebook, which is Gatka Federation UK, or you can go onto Twitter, Gatka Fed UK, or on YouTube. Again, it's Gatka Federation UK. Or if you would like to send an email, then please do so to gatkafeduk@gmail.com. ਐਂਡ ਮਨੀ ਸਾਹਿਬ, ਜਿਹੜੇ ਜਿਵੇਂ ਤੁਸੀਂ ਕਰ ਰਹੇ ਸੀ ਕਿ ਪਹਿਲਾਂ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਆਪਾਂ ਇਹ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਜਿਹੜੇ ਕਾਇਦੇ ਕਾਨੂੰਨ ਨੇ ਉਹ ਆਪਾਂ ਗੱਤਕਾ ਫੈਡਰੇਸ਼ਨ ਆਪਣੇ ਜਿਹੜੀ ਯੂਕੇ ਹੈ ਉਹ ਆਪਾਂ ਵਰਲਡ ਗੱਤਕਾ ਫੈਡਰੇਸ਼ਨ ਦੇ ਲੀਹਾਂ 'ਤੇ ਚੱਲੂਗੀ। ਜੋ ਉੱਥੇ ਇੰਡੀਆ ਦੇ ਵਿੱਚ, ਜੋ ਪੰਜਾਬ ਦੇ ਵਿੱਚ ਜਿਹੜੇ ਕਾਇਦੇ ਕਾਨੂੰਨ ਨੇ, ਜੋ ਇੱਥੇ ਹੁਣ ਸਮਝ ਲਓ ਵੀ ਆ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਵੱਲੋਂ ਰੂਲਸ ਐਂਡ ਰੈਗੂਲੇਸ਼ਨਸ ਦੀ ਬਕਾਇਦਾ ਤੌਰ 'ਤੇ ਕਿਤਾਬ ਛਾਪੀ ਗਈ ਹੈ, ਉਸ ਦੇ ਮੁਤਾਬਕ ਆਪਾਂ ਆਪਣਾ ਜਿਹੜਾ ਚੈਂਪੀਅਨਸ਼ਿਪ ਹੈ ਉਹ ਕਰਾਵਾਂਗੇ। ਅਤੇ ਸੋ ਇਹ ਸਭ ਜਿਹੜੀ ਜਾਣਕਾਰੀ ਹੈ ਇਹ ਸਾਰੇ ਅਖਾੜਿਆਂ ਨੂੰ ਆਪਾਂ 6 ਅਪ੍ਰੈਲ ਨੂੰ ਗ੍ਰੇਵਜ਼ ਐਂਡ ਗੁਰੂ ਘਰ ਦੇ ਜਿਹੜਾ ਲੈਕਚਰ ਥੀਏਟਰ ਹੈ ਉਹ 11 ਵਜੇ ਮੀਟਿੰਗ ਆਪਾਂ ਸੱਦੀ ਹੋਈ ਹੈ। ਸੋ ਸ਼ਨੀਵਾਰ 6 ਅਪ੍ਰੈਲ ਨੂੰ 11 ਵਜੇ ਉੱਥੋਂ ਤੁਸੀਂ ਜ਼ਰੂਰ, ਉੱਥੇ ਦਾਸ ਵੱਲੋਂ ਵੀ ਬੇਨਤੀ ਹੈ ਅਤੇ ਸਮੂਹ ਗੱਤਕਾ ਪ੍ਰੇਮੀਆਂ ਨੂੰ ਹੈ ਕਿ ਤੁਸੀਂ ਉੱਥੇ ਆਵੋ, ਆਪਣੀ ਉੱਥੇ ਜਿਹੜੇ ਵਿਚਾਰ ਵੀ ਪੇਸ਼ ਕਰੋ, ਅਤੇ ਉਸ ਦੇ ਨਾਲ ਤਾਂ ਕਿ ਆਪਾਂ ਜਿਹੜੀ ਇਹ ਖੇਡ ਨੂੰ ਬਹੁਤ ਜਲਦ ਹੀ ਪ੍ਰਫੁੱਲਿਤ ਕਰ ਸਕੀਏ, ਤਾਂ ਕਿ ਜਿਹੜੀ ਚੈਂਪੀਅਨਸ਼ਿਪ ਹੈ ਉਹ ਆਪਾਂ ਮਲੀ ਸਾਹਿਬ ਦੇਖੋ, ਸਾਡਾ ਜਿਹੜਾ ਇਹ ਜਿਹੜੀ ਸੋਚਣੀ ਹੈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਕਿ ਆਪਾਂ ਜਿਹੜਾ ਇਹ ਚੈਂਪੀਅਨਸ਼ਿਪ ਹੈ ਇਹਨੂੰ ਦੇਸ਼ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹਰ ਸਾਲ ਕਰਾਉਣਾ ਹੈ।
ਹੁਣ ਜਿਹੜੀ 6 ਅਪ੍ਰੈਲ ਨੂੰ ਤਾਂ ਚਲੋ ਮੀਟਿੰਗ ਹੈ, ਉਹ ਤਾਂ ਓਪਨ ਮੀਟਿੰਗ ਹੈ ਆਪਣੀ, ਬਿਲਕੁਲ ਠੀਕ ਹੈ। ਪਰ 20 ਜੁਲਾਈ ਨੂੰ ਜਿਹੜਾ ਆਪਣਾ ਜੋ ਪਹਿਲੀ ਚੈਂਪੀਅਨਸ਼ਿਪ ਆਪਾਂ ਕਰਾ ਰਹੇ ਹਾਂ, ਉਹ ਮੈਂ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਗ੍ਰੇਵਜ਼ਨ ਗੁਰਦੁਆਰਾ ਕਮੇਟੀ ਹੈ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਆਪਣਾ ਉਹਨਾਂ ਦਾ ਸਪੋਰਟਸ ਕੰਪਲੈਕਸ ਹੈ, ਜਿਹੜਾ 8.5 ਕਿੱਲਿਆਂ ਦੇ ਵਿੱਚ ਸਪੋਰਟਸ ਕੰਪਲੈਕਸ ਹੈ, ਜੋ ਸਪੋਰਟਸ ਹੋਲ ਹੈ, ਉਹ ਗੁਰੂ ਘਰ ਦੇ ਵੱਲੋਂ ਸੇਵਾ ਹੈ ਕਿ ਸਾਡੇ ਵੱਲੋਂ ਇਹ ਸਭ ਪ੍ਰਬੰਧ ਕੀਤਾ ਜਾਵੇਗਾ। ਅਤੇ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਹੈ ਕਿ ਜੋ ਗੁਰੂ ਕਾ ਲੰਗਰ ਜੋ ਹੈ ਉਹ ਅਟੁੱਟ ਵਰਤੇਗਾ। ਸੋ ਆਪਾਂ ਇਸ ਨੂੰ ਇੱਕ ਪਰਿਵਾਰਿਕ ਇਵੈਂਟ ਵੱਲੋਂ, ਪਰਿਵਾਰਿਕ ਸਮਾਰੋਹ ਵੱਲੋਂ ਆਪਾਂ ਕਰ ਰਹੇ ਹਾਂ, ਤਾਂ ਕਿ ਇਹ 'ਤੇ ਆਪਣੇ ਔਰਤਾਂ ਵੀ, ਬੱਚੇ ਵੀ, ਉਹ ਵੀ ਹੁਮ ਹਮਾ ਕੇ ਪੁੱਜਣ। ਪਰ ਜਿਹੜਾ ਇਹ 20 ਜੁਲਾਈ ਨੂੰ ਆਪਾਂ ਚੈਂਪੀਅਨਸ਼ਿਪ ਤਾਂ ਚਲੋ ਇੱਕ ਵਾਰੀ ਆਪਾਂ ਗ੍ਰੇਵਜ਼ਨ ਕਰ ਦਿੱਤੀ, ਪਰ ਸਾਡੀ ਇਹ ਸੋਚ ਹੈ ਕਿ ਆਪਾਂ ਅਗਲੇ ਸਾਲ ਹੋਰ ਵੀ ਵੱਡੇ ਲੈਵਲ 'ਤੇ ਆਪਣੇ ਮਿਡਲੈਂਡਸ ਦੇ ਕਿਸੇ ਸ਼ਹਿਰ ਦੇ ਵਿੱਚ ਕਰੀਏ, ਉਸ ਤੋਂ ਬਾਅਦ ਲੰਡਨ ਵੱਲ ਕਰੀਏ, ਉਸ ਤੋਂ ਬਾਅਦ ਕਿਸੇ ਉੱਤਰੀ ਹੋਰ ਸ਼ਹਿਰ ਦੇ ਵਿੱਚ ਕਰੀਏ, ਤਾਂ ਕਿ ਇਵੇਂ ਆਪਾਂ ਹਰ ਸਾਲ ਇਸ ਨੂੰ ਵਧਾ ਚੜ੍ਹਾ ਕੇ ਜਿਹੜੇ ਗੱਤਕੇ ਨੂੰ ਆਪਾਂ ਉਚਾਈਆਂ ਤੱਕ ਲੈ ਕੇ ਜਾਈਏ ਵੀ ਨੈਸ਼ਨਲ ਤੌਰ ਤੇ। ਬਿਲਕੁਲ ਠੀਕ ਹੈ। ਹਾਂਜੀ, ਸੰਗਤਾਂ ਨੂੰ ਦੱਸ ਜਾਈਏ, ਕਿਉਂਕਿ ਜਿੱਥੇ ਜਦੋਂ ਪੰਜਾਬੀਆਂ ਨੇ ਜਿੱਥੇ ਕਿਤੇ ਵੀ ਗਏ ਮੱਲਾਂ ਮਾਰੀਆਂ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਬਿਜ਼ਨਸ ਦੇ ਵਿੱਚ ਮੱਲਾਂ ਮਾਰੀਆਂ, ਤੇ ਅੱਜ ਪੂਰੀ ਦੁਨੀਆ ਦੇ ਵਿੱਚ ਆਪਣੀ ਵਧੀਆ ਰਹਿਣ ਸਹਿਣ ਉਹਨਾਂ ਨੇ ਬਣਾਈ ਆ। ਤੇ ਜਦੋਂ ਰਹਿਣ ਸਹਿਣ ਬਣਨ ਤੋਂ ਬਾਅਦ ਫਿਰ ਹੁੰਦਾ ਵੀ ਸਾਡੇ ਕੋਲ ਕੋਈ ਮੀਡੀਆ ਹੋਵੇ। ਅੱਜ ਮੀਡੀਆ ਵੀ ਸੰਗਤਾਂ ਦੀ ਕਿਰਪਾ ਦੇ ਨਾਲ, ਸੰਗਤ ਟੀਵੀ ਜਿਹੜਾ ਹੈਗਾ ਲੋਕਾਂ ਦੇ ਵਿੱਚ, ਇਹ ਸਾਰੇ ਮੈਸੇਜ ਜਿਹੜੇ ਹੈਗੇ ਆ UK ਐਂਡ ਯੂਰਪ ਦੇ ਵਿੱਚ ਪਹੁੰਚ ਰਹੇ ਆ, ਤੇ ਇੰਟਰਨੈਟ ਦੇ ਜ਼ਰੀਏ ਪੂਰੀ ਦੁਨੀਆ ਦੇ ਵਿੱਚ ਮੈਸੇਜ ਪਹੁੰਚ ਰਹੇ ਆ। ਤੇ ਕਬੱਡੀ ਪਿਛਲੇ ਕੁਝ ਸਾਲਾਂ ਦੇ ਵਿੱਚ ਬੜੀ ਪੰਜਾਬ ਗੌਰਮੈਂਟ ਨੇ ਜੋ ਹਮਲਾ ਮਾਰਿਆ, ਉਹ ਬੜੀ ਉੱਚੇ ਲੈਵਲ ਤੇ ਪਹੁੰਚ ਰਹੀ ਆ। ਤੇ ਇਹ ਵੀ ਇੱਕ ਬੜਾ ਜਿਹੜੀ ਆਪਣੀ ਵਰਲਡ ਚੈਂਪੀਅਨਸ਼ਿਪ ਦੇ ਬਾਰੇ ਆਪਣਾ ਸੁਪਨਾ ਲਿਆ ਹੈਗਾ, ਕਿਉਂਕਿ ਪੰਜਾਬੀਆਂ ਦੀ ਤਾਂ ਆਨ ਸ਼ਾਨ ਹੀ ਇਹ ਹੈਗੀ ਆ। ਸੋ ਦੁਨੀਆ ਦੇ ਵਿੱਚ ਇੱਕ ਮੈਸੇਜ ਜਿਹੜਾ ਹੈਗਾ ਕਬੱਡੀ ਦੇ ਜ਼ਰੀਏ ਜਾ ਰਿਹਾ ਵੀ ਇਹ ਪੰਜਾਬੀ ਇੰਨੀ ਵਧੀਆ ਗੇਮ ਕਰਦੇ ਆ, ਤੇ ਜਦੋਂ ਗੱਤਕੇ ਦਾ ਜਾਏਗਾ, ਸਾਡੀਆਂ ਗੁਰੂਆਂ ਦੀਆਂ ਯਾਦਾਂ, ਸਾਡਾ ਪਿਛੋਕੜ ਜਿਹੜਾ ਇਤਿਹਾਸ ਹੈਗਾ, ਉਹਨੂੰ ਫੇਰ ਜਾਗ ਲੱਗੇਗਾ। ਨਵੀਂ ਜਨਰੇਸ਼ਨ ਦੇ ਵਿੱਚ ਇੱਕ ਉਤਸ਼ਾਹ ਜਾਗੇਗਾ। ਜਿਹੜੇ ਅੱਜ ਬੱਚੇ ਜਿਨ੍ਹਾਂ ਕੋਲ ਕੋਈ ਹੋਰ ਐਕਟੀਵਿਟੀ ਕਰਨ ਨੂੰ ਚਾਂਸ ਨਹੀਂ ਮਿਲਦਾ ਗਾ, ਤੇ ਇੱਕ ਬੜੀ ਸਸਤੀ ਔਰ ਫਿਜ਼ੀਕਲੀ ਫਿਟਨੈਸ ਵਾਸਤੇ ਜਿਹੜੀ ਗੇਮ ਜਿਹੜੀ ਹੈਗੀ ਆ, ਤੇ ਇੱਕ ਦੁਨੀਆ ਵਿੱਚ ਇੱਕ ਸ਼ਰਨਾਈ ਪੈਦਾ ਕਰੇਗੀ ਕਿ ਸਿੱਖ ਕੌਮ ਦਾ ਜਿਹੜਾ ਪਿਛੋਕੜ ਆ ਉਹ ਵੀ ਸਾਨੂੰ ਜਿਹੜਾ ਸਾਡੇ ਬੱਚਿਆਂ ਨੂੰ ਜਗਾਏਗਾ। ਲੇਕਿਨ ਹੁਣ ਆਪਾਂ ਮੀਡੀਆ ਵੀ ਸਾਡੇ ਕੋਲ ਆ ਗਿਆ, ਤੇ ਅੱਜ ਸਾਨੂੰ ਲੋੜ ਆ ਬੱਚਿਆਂ ਨੂੰ ਇਸ ਪਾਸੇ ਆਕਰਸ਼ਿਤ ਕਰਨ ਦੀ। ਬਿਲਕੁਲ ਜੀ। ਉਹ ਵੀ ਜਿਹੜੀ ਬੜੀ ਗੁਰੂ ਨੇ ਕਿਰਪਾ ਕੀਤੀ ਆ ਕਿ UK ਫੈਡਰੇਸ਼ਨ ਨੇ ਇਹ ਪਹਿਲਾ ਪ੍ਰੋਗਰਾਮ ਜਿਹੜਾ ਲਿਖਿਆ, ਤੇ ਮੈਂ ਮੁਬਾਰਕਬਾਦ ਦਿੰਦਾ ਗ੍ਰੇਵਜ਼ਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕਿਉਂਕਿ ਜਿਨ੍ਹਾਂ ਨੇ ਐਡਾ ਆਲੀਸ਼ਾਨ ਗੁਰਦੁਆਰਾ, ਮੇਰਾ ਖਿਆਲ ਉੱਥੇ 10,000 ਸਿੱਖ ਵਸਦੇ ਆ ਉਹਨਾਂ ਉਸ ਇਲਾਕੇ ਦੇ ਵਿੱਚ, ਤੇ 11 ਮਿਲੀਅਨ ਪਾਉਂਡ ਲਾ ਕੇ ਇੱਕ ਗੁਰਦੁਆਰਾ 8 ਏਕੜ ਦੇ ਵਿੱਚ ਜਿਹੜਾ ਬਣਾਇਆ, ਉਹ ਵੀ ਸੰਗਤਾਂ ਨੂੰ ਇੱਕ ਮੌਕਾ ਮਿਲੇਗਾ ਦੇਖਣ ਵਾਸਤੇ। ਇਹ ਜਦੋਂ 20 ਜੁਲਾਈ ਨੂੰ ਤੇ ਤੁਸੀਂ ਜਾਓਗੇ, ਸੰਗਤਾਂ ਵਾਸਤੇ ਇੱਕ ਬਹੁਤ ਸੁਨਹਿਰੀ ਮੌਕਾ ਉਸ ਗੁਰੂ ਘਰ ਦੇ ਦਰਸ਼ਨ ਕਰਨ ਦੇ, ਕਿ ਇੱਕ ਆਲੀਸ਼ਾਨ ਜਿਹੜਾ ਗੁਰਦੁਆਰਾ ਸੰਗਮਰਮਰ ਪੂਰਾ ਸਮਾਨ ਜਿਹੜਾ ਇੰਡੀਆ ਤੋਂ ਮੰਗਾ ਕੇ ਬਣਾਇਆ, ਉਹ ਵੀ ਦੇਖਣ ਲਈ ਮੌਕਾ ਮਿਲੇਗਾ। ਤੇ ਉਹ ਜਿਹੜੀ ਕਮੇਟੀ ਆ, ਜਿਹੜੇ 8 ਏਕੜ ਦੇ ਵਿੱਚ ਗਰਾਊਂਡਾਂ ਬਣਾਈਆਂ, ਉੱਥੇ ਫੁੱਟਬਾਲ, ਹਾਕੀ ਤੇ ਕਬੱਡੀ ਦਾ ਟੂਰਨਾਮੈਂਟ ਹਰ ਸਾਲ ਕੀਤਾ ਜਾਂਦਾ, ਜਿਹੜਾ ਕਿ ਬਿਲਕੁਲ ਨਸ਼ਿਆਂ ਨੂੰ ਪਰਹੇਜ਼ ਕਰਕੇ, ਰੋਕਥਾਮ ਕਰਕੇ ਵੀ ਉੱਥੇ ਕੋਈ ਨਸ਼ਾ ਨਹੀਂ ਵਰਤਿਆ ਜਾਊਗਾ। ਸੋ ਇੱਕ ਬੜੀ ਮੁਬਾਰਕਬਾਦ ਆ ਉਹ ਕਮੇਟੀ ਜਿਨ੍ਹਾਂ ਨੇ ਇਹ ਜਿਹੜਾ ਤੁਹਾਨੂੰ ਖੁੱਲ੍ਹੀ ਆਫਰ ਕੀਤੀ ਆ, ਤੇ ਜਿਹਦੇ ਵਿੱਚ ਤੁਹਾਡਾ ਸਾਰੀਆਂ ਸੰਗਤਾਂ ਦਾ ਬਹੁਤ ਸਹਿਯੋਗ ਆ। ਸੋ ਆਪਾਂ ਕਿਉਂਕਿ ਕਬੱਡੀ ਜਦੋਂ ਆਪਾਂ ਦੇਖਦੇ ਹਾਂ ਉੱਥੇ ਜ਼ਿਆਦਾ ਮੇਲ ਹੀ ਪਰਸਨ ਜਿਹੜੇ ਜਾਂਦੇ ਆ, ਲੇਕਿਨ ਗੱਤਕਾ ਇੱਕ ਐਸੀ ਗੇਮ ਆ ਜਿੱਥੇ ਬੱਚੇ, ਬੱਚੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਤਾਵਾਂ ਉਹਦੇ ਵਿੱਚ ਪਾਰਟੀਸਪੇਸ਼ਨ ਵੀ ਕਰ ਸਕਦੀਆਂ, ਜਾ ਕੇ ਦੇਖ ਵੀ ਸਕਦੀਆਂ। ਦੇਖਣ ਤੱਕ ਸੀਮਿਤ ਨਹੀਂ ਕਿ ਸਾਡਾ ਇੰਡੀਵਿਜੂਅਲ ਪਾਰਟੀਸਪੇਸ਼ਨ ਵੀ ਜਿਹੜਾ ਲੜਕੀਆਂ ਵੀ ਪਾਰਟੀਸਪੇਸ਼ਨ ਕਰਦੀਆਂ ਹੈ ਗੱਤਕੇ ਦੇ ਵਿੱਚ। ਤੇ ਕੀ ਤੁਸੀਂ ਲੜਕੀਆਂ ਦੀ ਟੀਮ ਵੱਖਰੀ ਹੋਏਗੀ ਜਾਂ ਉਹ ਕਿੱਦਾਂ ਪਾਰਟੀਸਪੇਸ਼ਨ ਬੱਚੀਆਂ ਕਰ ਸਕਦੀਆਂ? ਜੀ ਮਲੀ ਸਾਹਿਬ, ਦੇਖੋ ਤੁਸੀਂ ਜਿਹੜੀਆਂ ਦੋਨੇ ਹੀ ਗੱਲਾਂ ਜਿਹੜੀਆਂ ਜ਼ਿਕਰ ਕੀਤੀਆਂ, ਮੈਂ ਇਹਨਾਂ ਦੋਨਾਂ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਨਾ ਚਾਹਾਂਗਾ। ਕਿ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਵੀ ਜੋ ਮੁਕਾਬਲੇ ਹੋਣਗੇ, ਜੋ ਚੈਂਪੀਅਨਸ਼ਿਪ ਆ, ਜਿਸ ਤਰੀਕੇ ਨਾਲ ਜਿਹੜੇ ਗੱਤਕਾਬਾਜ਼ ਨੇ ਉਹਨਾਂ ਦੇ ਵੱਲੋਂ ਜਿਸ ਤਰੀਕੇ ਨਾਲ ਰੁਚੀ ਦਿਖਾਈ ਜਾਵੇਗੀ, ਜਿੱਦਾਂ ਇੰਟਰਸਟ ਹੋਵੇਗਾ, ਉਸ ਮੁਤਾਬਕ ਆਪਾਂ ਅਲੱਗ-ਅਲੱਗ ਜਿਹੜੀਆਂ ਕੈਟਾਗਰੀਜ਼ ਆ ਉਹ ਸਥਾਪਿਤ ਕਰਾਂਗੇ। ਅਸੀਂ ਚਾਹੁੰਦੇ ਤਾਂ ਇਹ ਆ ਕਿ ਆਪਣੇ ਆਦਮੀਆਂ ਦੇ ਵੀ ਅਤੇ ਔਰਤਾਂ ਦੇ ਵੀ ਮੁਕਾਬਲੇ ਹੋਣ,
ਅਤੇ ਤਿੰਨ ਅਲੱਗ ਜਿਹੜੇ ਏਜ ਕੈਟਾਗਰੀਜ਼ ਨੇ, ਜਿਵੇਂ ਆਪਣੇ ਪੰਜਾਬ ਦੇ ਵਿੱਚ ਕਰਾਏ ਜਾਂਦੇ ਨੇ, ਉਸ ਮੁਤਾਬਕ ਵੀ ਤਿੰਨ ਅਲੱਗ-ਅਲੱਗ ਜਿਹੜੇ ਏਜ ਕੈਟਾਗਰੀਜ਼ ਹੋਣਗੇ। ਪਰ ਜੇ ਇੰਨੀ ਰੁਚੀ ਕਿਸੇ ਇੱਕ ਕੈਟਾਗਰੀ ਵੱਲੋਂ ਨਹੀਂ ਹੋਊਗੀ ਤਾਂ ਆਪਾਂ ਉਹ ਮੁਕਾਬਲੇ ਨਹੀਂ ਕਰਾਵਾਂਗੇ। ਪਰ ਸਾਡਾ ਜਿਹੜਾ ਟੀਚਾ ਤਾਂ ਇਹ ਹੈ ਕਿ ਆਪਾਂ ਵੱਧ ਤੋਂ ਵੱਧ ਭਈ ਔਰਤਾਂ ਦੇ ਵੀ, ਬੱਚਿਆਂ ਦੇ, ਬੱਚੀਆਂ ਦੇ, ਸਾਰੇ ਆਪਾਂ ਅਲੱਗ-ਅਲੱਗ ਭਈ ਕਰਾਈਏ ਜਿਹੜੇ ਮੁਕਾਬਲੇ ਨੇ। ਅਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਦੂਸਰੀ ਗੱਲ ਕਹੀ ਆ ਕਿ ਦੇਖੋ ਕਬੱਡੀ ਨੂੰ ਕਿਹੜੀਆਂ ਉਚਾਈਆਂ ਤੱਕ ਭਈ ਸਾਰੇ ਜਿਹੜੇ ਕਬੱਡੀ ਪ੍ਰੇਮੀ ਵੀ ਨੇ, ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਉਤਸ਼ਾਹ ਮਿਲਿਆ ਅਤੇ ਦੁਨੀਆ ਭਰ ਦੇ ਇਹਦਾ ਭਈ ਕਿੱਦਾਂ ਛਾ ਗਈ ਹੈ। ਇਹ ਦੇਖੋ ਭਈ ਕੁਝ ਸਾਲ ਪਹਿਲਾਂ ਇਹ ਆਪਾਂ ਨਹੀਂ ਕਹਿ ਸਕਦੇ ਸੀ ਵੀ ਕਬੱਡੀ ਵੀ ਇਹਨਾਂ ਉਚਾਈਆਂ ਤੱਕ ਪਹੁੰਚ ਸਕਦੀ ਆ। ਪਰ ਉਹਨਾਂ ਨੇ ਇਹ ਸਾਰਿਆਂ ਨੂੰ ਦਿਖਾ ਕੇ ਇਹਦਾ ਕਰ ਦਿਖਾਇਆ ਵੀ ਦੇਖੋ ਅਸੀਂ ਇਹ ਹਾਸਲ ਕਰ ਸਕਦੇ ਹਾਂ। ਔਰ ਮੈਂ ਸਮਝਦਾ ਕਿ ਜੇ ਆਪਾਂ ਪੂਰੇ ਉਤਸ਼ਾਹ ਤੇ ਪੂਰਾ ਸਹਿਯੋਗ ਸੰਗਤਾਂ ਦਾ ਵੀ ਮਿਲੇਗਾ ਤਾਂ ਆਪਾਂ ਗੱਤਕੇ ਨੂੰ ਵੀ ਉਹਨਾਂ ਉਚਾਈਆਂ ਤੱਕ ਜ਼ਰੂਰ ਲੈ ਕੇ ਜਾ ਸਕਦੇ ਹਾਂ। ਸੋ ਇਹ ਦਾਸ ਦੀ ਸਮੂਹ ਸੰਗਤਾਂ ਨੂੰ ਵੀ ਅਪੀਲ ਹੈ ਕਿ ਦੇਖੋ ਜਿਹੜਾ ਵੀ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਹੋ ਉਹ ਤੁਸੀਂ ਜ਼ਰੂਰ ਪਾਓ। ਘੱਟ ਤੋਂ ਘੱਟ ਤੁਸੀਂ ਜਿਹੜੀ ਆਪਣੀ ਚੈਂਪੀਅਨਸ਼ਿਪ ਜਿਹੜੀ ਹੋਣੀ ਆ 20 ਜੁਲਾਈ ਨੂੰ, ਉਦੋਂ ਤਾਂ ਤੁਸੀਂ ਹੁਮ ਕੇ ਪੁੱਜੋ, ਕਿਉਂਕਿ ਇਹ ਨਾ ਹੋਵੇ ਕਿ ਸਿਰਫ ਗੱਤਕਾਬਾਜ਼ ਹੀ ਆਪਣਾ ਹੁਨਰ ਦਿਖਾਉਣ। ਉਸ ਦੇ ਨਾਲ ਵੀ ਤੁਸੀਂ ਵੀ ਉੱਥੇ ਪਹੁੰਚੋ ਆਪਣੇ ਸਮੂਹ ਪਰਿਵਾਰ ਨੂੰ ਨਾਲ ਲੈ ਕੇ ਅਤੇ ਉਹਨਾਂ ਨੂੰ ਵੀ ਉਹ ਉਤਸ਼ਾਹਿਤ ਕਰੋ ਤਾਂ ਕਿ ਅਗਲੀ ਵਾਰੀ ਆਪਾਂ ਹੋਰ ਵੀ ਵੱਡਾ ਆਪਣਾ ਸਮਾਗਮ ਕਰ ਸਕੀਏ। ਸੋ ਇਹ ਸਾਰੀਆਂ ਚੀਜ਼ਾਂ ਦੀ ਲੋੜ ਹੈ ਔਰ ਆਪਾਂ ਤਾਂ ਹੀ ਕਰਕੇ ਇਸ ਨੂੰ ਜਿਹੜਾ ਪ੍ਰਮੋਸ਼ਨ ਵੀ ਹੈ ਉਹ ਇੱਕ ਪਰਿਵਾਰਿਕ ਸਮਾਰੋਹ ਵੱਲੋਂ, ਪਰਿਵਾਰਿਕ ਚੈਂਪੀਅਨਸ਼ਿਪ ਵੱਲੋਂ ਆਪਾਂ ਇਹ ਸਾਰਾ ਕਰ ਰਹੇ ਹਾਂ। ਅਤੇ ਇੱਥੇ ਮੈਂ ਜ਼ਰੂਰ ਧੰਨਵਾਦ ਕਰਨਾ ਚਾਹਾਂਗਾ ਜਿਹੜਾ ਆਪਣੇ ਗ੍ਰੇਵਜ਼ਮ ਕਾਊਂਸਲ ਵੀ ਹੈ ਅਤੇ ਜੋ ਲੋਕਲ ਕੈਂਟ ਪੁਲਿਸ ਹੈ, ਦਾਸ ਨੇ ਉਹਨਾਂ ਨਾਲ ਵੀ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਹੈ ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਅੜਚਣ ਆਉਂਦੀ ਹੈ ਉਹ ਵੀ ਉਹਨਾਂ ਨੇ ਸਾਨੂੰ ਉਸ ਦਾ ਹੱਲ ਕੱਢਣ ਲਈ ਵੀ ਸਾਡੀ ਜਿਹੜੀ ਸਹਾਇਤਾ ਕੀਤੀ ਹੈ। So I'd like to thank obviously Gravesham Borough Council and also the Kent Police as well in that regard. ਸੰਗਤਾਂ ਨੂੰ ਦੱਸ ਦਈਏ ਇਹ ਜਿਹੜਾ ਪ੍ਰੋਗਰਾਮ ਗੱਤਕਾ ਚੈਂਪੀਅਨਸ਼ਿਪ 20 ਜੁਲਾਈ 2013 ਨੂੰ ਹੋ ਰਿਹਾ, ਉਹਦੇ ਵਾਸਤੇ ਜਿਹੜੀ ਇਨਵੀਟੇਸ਼ਨ ਰਜਿਸਟ੍ਰੇਸ਼ਨ ਵਾਸਤੇ 6 ਅਪ੍ਰੈਲ ਨੂੰ 11 ਵਜੇ ਗ੍ਰੇਵਜ਼ੈਂਡ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਥੀਏਟਰ ਰੂਮ, ਲੈਕਚਰ ਥੀਏਟਰ ਬਣਿਆ ਹੋਇਆ, ਉੱਥੇ ਜਿਹੜੀ ਹੈਗੀ ਆ ਸਾਰੀ ਰਜਿਸਟ੍ਰੇਸ਼ਨ ਹੋਏਗੀ। ਆਪਣੇ ਆਪਣੇ ਵਿਚਾਰ, ਆਪਣੇ ਆਪਣੇ ਸੁਝਾਅ ਤੁਸੀਂ ਆ ਕੇ ਉੱਥੇ ਦੱਸ ਸਕਦੇ ਹੋ। ਟੀਮਾਂ ਦੇ ਜਿਹੜੇ ਬੱਚੇ ਕੋਲੇ ਟੀਮਾਂ ਹੈਗੀਆਂ, ਜਿਹੜੇ ਗੁਰੂ ਘਰਾਂ ਕੋਲੇ ਟੀਮਾਂ ਬਣੀਆਂ ਹੋਈਆਂ ਹੈਗੀਆਂ, ਉਹ ਆਪਣੀਆਂ ਆਪਣੀਆਂ ਟੀਮਾਂ ਲੈ ਕੇ ਉੱਥੇ ਇਹਦੇ ਵਾਸਤੇ ਰਜਿਸਟ੍ਰੇਸ਼ਨ ਵਾਸਤੇ ਉੱਥੇ ਪਹੁੰਚ ਸਕਦੇ ਆ। ਸੋ ਉੱਥੇ ਰਜਿਸਟ੍ਰੇਸ਼ਨ ਵਾਸਤੇ ਕਿੰਨੇ ਕੁ ਬੰਦੇ ਟੀਮ ਦੇ, ਇੱਕ ਦੋ ਬੰਦਾ ਜਾਂ ਕਿਸ ਤਰ੍ਹਾਂ ਤੁਸੀਂ ਇਨਵਾਈਟ ਕਰ ਰਹੇ ਹੋ? ਅਸੀਂ ਜਿਨ੍ਹਾਂ ਅਖਾੜਿਆਂ ਦੇ ਨਾਲ ਹਜੇ ਤੱਕ ਸਾਡਾ ਸੰਪਰਕ ਹੋ ਪਾ ਰਿਹਾ ਹੈ, ਅਸੀਂ ਉਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਕਿ ਤੁਸੀਂ ਆਪਣੇ ਅਖਾੜੇ ਦੇ ਵਿੱਚੋਂ 3 ਜਿਹੜੇ ਪ੍ਰਮੁੱਖ ਵਿਅਕਤੀ ਨੇ ਉਹਨਾਂ ਨੂੰ ਭੇਜੋ। ਸੋ 3 representatives from each ਅਖਾੜਾ ਉਹ ਆਉਣ। ਤੇ ਕਈਆਂ ਅਖਾੜਿਆਂ ਦਾ ਹਜੇ ਸਾਨੂੰ ਪਤਾ ਨਹੀਂ, ਕਿਉਂਕਿ ਓਬਵੀਅਸਲੀ UK ਕਾਫੀ ਵਿਸ਼ਾਲ ਦੇਸ਼ ਹੈ, ਉਸ ਦੇ ਵਿੱਚ ਕਈ ਅਖਾੜਿਆਂ ਦਾ ਸਾਨੂੰ ਜਿਹੜੀ ਜਾਣਕਾਰੀ ਨਹੀਂ ਹੈ। ਸੋ ਇਹ ਵੀ ਬੇਨਤੀ ਹੈ ਕਿ ਜਿਹੜੇ ਸੰਗਤ TV ਨੂੰ ਇਸ ਸਮੇਂ ਦੇਖਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰਨ, ਜਿਵੇਂ ਆਪਾਂ ਪਹਿਲਾਂ ਜਾਣਕਾਰੀ ਦਿੱਤੀ ਸੀਗੀ ਉਹਨਾਂ ਸਾਰੇ ਮਾਧਿਅਮਾਂ ਦੇ ਰਾਹੀਂ। ਪਰ ਇਸ ਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਜਿਹੜੇ ਗੁਰੂ ਘਰਾਂ ਦੀ ਵੀ ਬਹੁਤ ਵੱਡਾ ਰੋਲ ਹੈ ਮੈਂ ਸਮਝਦਾ, ਕਿਉਂਕਿ ਸਿਰਫ ਗੱਤਕੇ ਅਖਾੜਿਆਂ ਦਾ ਨਹੀਂ, ਸੰਗਤਾਂ ਦਾ ਵੀ, ਪਰ ਖਾਸ ਕਰਕੇ ਜਿਹੜੇ ਆਪਣੇ ਗ੍ਰੇਵਜ਼ਨ ਜੇ ਆਪਾਂ ਜਦੋਂ ਚੈਂਪੀਅਨਸ਼ਿਪ ਕਰਨੀ ਹੈ ਉਸ ਦੇ ਵਿੱਚ ਜਿਹੜੇ ਅਲੱਗ-ਅਲੱਗ ਗੁਰੂ ਘਰ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਕਿਉਂਕਿ ਦੇਖੋ ਜਿਹੜੇ ਕੋਈ ਵੀ ਜਿਹੜੇ ਸਿੱਖ ਪੰਥ ਦੇ ਨਾਲ ਸੰਬੰਧਿਤ ਕੋਈ ਵੀ ਕਾਰਜ ਹੁੰਦੇ ਆ, ਚਾਹੇ ਉਹ ਗੱਤਕੇ ਦਾ ਜਿਹੜਾ ਕੰਮ ਹੈ, ਚਾਹੇ ਉਹ ਆਪਣੇ ਨਗਰ ਕੀਰਤਨਾਂ ਦਾ, ਹਰ ਚੀਜ਼ ਦੇ ਲਈ ਜਿਹੜਾ ਗੁਰੂ ਘਰ ਹੈ ਉਹ ਕੇਂਦਰ ਬਿੰਦੂ ਹੁੰਦਾ ਹੈ। ਸੋ ਜੇ ਆਪਣੇ ਜਿਹੜੇ ਗੁਰੂ ਘਰ ਨੇ ਉਹ ਗੱਤਕੇ ਨੂੰ ਪ੍ਰਮੋਟ ਕਰਨ ਲਈ ਵੀ ਉਤਸ਼ਾਹ ਦਿਖਾਉਣਗੇ, ਮੈਂ ਸਮਝਦਾ ਕਿ ਆਪਣੇ ਆਪ ਹੀ ਜਿਹੜਾ ਇਹ ਸੁਨੇਹਾ ਹੈ ਵੀ ਹੋਰ ਦੂਰ ਦਰਾਡੇ ਤੱਕ ਫੇਰ ਹੀ ਪਹੁੰਚ ਸਕੇਗਾ ਕਿ ਜੇ ਗੁਰੂ ਘਰ ਪੂਰਾ ਸਮਰਥਨ ਦੇਣ। ਤੇ ਤੁਹਾਨੂੰ ਕਿਸੇ ਗੁਰੂ ਘਰ ਨੇ ਅਪਰੋਚ ਕੀਤਾ ਜਾਂ ਉਹਨਾਂ ਦੀ ਕਿਸੇ ਗੁਰੂ ਘਰ ਦੀ ਕੋਈ ਟੀਮ, ਜਿਨ੍ਹਾਂ ਕਿਸੇ ਗੁਰੂ ਘਰ ਨੇ ਕੋਈ ਟੀਮ ਬਣਾਈ ਹੋਵੇ, ਕਿਸੇ ਗੁਰੂ ਘਰ ਤੋਂ ਤੁਹਾਨੂੰ ਕੋਈ ਰਿਸਪੌਂਸ ਮਿਲਿਆ ਵੀ ਕਿਸੇ ਟਾਊਨ ਤੋਂ ਵੀ ਉਹ ਆਪਣੀ ਟੀਮ ਲੈ ਕੇ ਆ ਰਹੇ? ਕਿਉਂਕਿ ਐਕਚੁਅਲੀ ਜਿਹੜਾ ਮੁੱਖ
ਪ੍ਰਬੰਧ ਤਾਂ ਗੁਰੂ ਘਰ ਦੀਆਂ ਕਮੇਟੀਆਂ, ਗੁਰੂ ਘਰ ਦੇ ਪ੍ਰਬੰਧ ਕਰ ਸਕਦੇ ਆ, ਤੇ ਉਹਨਾਂ ਦੀ ਟ੍ਰੇਨਿੰਗ ਦਾ ਪ੍ਰਬੰਧ ਵੀ ਉਹੀ ਕਰ ਸਕਦੇ, ਕਿਉਂਕਿ ਜਗ੍ਹਾਵਾਂ ਹਰ ਜਗ੍ਹਾ ਤੇ ਤਾਂ ਤੁਸੀਂ ਕੰਨੀ ਟ੍ਰੇਨਿੰਗ ਕਰ ਸਕਦੇ ਜੀ। ਸੋ ਇਹਦੇ ਬਾਰੇ ਤੁਸੀਂ ਇਹ ਦੇਖੋ ਮਲੀ ਸਾਹਿਬ, ਇੱਦਾਂ ਹੁੰਦਾ ਹੈ ਕਿ ਜਿਹੜੇ ਅਖਾੜੇ ਹੁੰਦੇ ਨੇ ਉਹ ਕਿਸੇ ਨਾ ਕਿਸੇ ਗੁਰੂ ਘਰ ਦੇ ਨਾਲ ਸੰਬੰਧ ਜ਼ਰੂਰ ਰੱਖਦੇ ਨੇ। ਠੀਕ ਆ। ਅਤੇ ਜਾਂ ਉਹ ਗਰਾਊਂਡਾਂ ਦੇ ਲਈ, ਜਾਂ ਉਹ ਹਮੇਸ਼ਾ ਨਹੀਂ ਇੱਦਾਂ ਹੁੰਦਾ, ਪਰ ਜ਼ਿਆਦਾਤਰ ਇਹ ਹੁੰਦਾ ਹੈ ਕਿ ਜਿਹੜੇ ਅਖਾੜੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਹਨ, ਉਹ ਆਪਣੇ ਜਾਂ ਤਾਂ ਕਿਸੇ ਗੁਰੂ ਘਰ ਦੀ ਕਮੇਟੀ ਦੇ ਨਾਲ, ਚਾਹੇ ਜਿਹੜਾ ਲੋਕਲ ਪੰਜਾਬੀ ਸਕੂਲ ਹੁੰਦਾ, ਜਾਂ ਕਿਸੇ ਹੋਰ ਸੰਸਥਾ ਦੇ ਨਾਲ ਉਹਨਾਂ ਦਾ ਜ਼ਰੂਰ ਰਾਬਤਾ ਕਾਇਮ ਹੁੰਦਾ ਹੈ। ਠੀਕ ਹੈ। ਸੋ ਅਸੀਂ ਪਹਿਲਾਂ ਅਖਾੜਿਆਂ ਦੇ ਨਾਲ ਵੀ, ਅਤੇ ਉਸ ਦੇ ਨਾਲ ਨਾਲ ਅਸੀਂ ਕਈ ਗੁਰੂ ਘਰਾਂ ਦੇ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜਿਹੜੇ ਕੋਈ ਵੀ ਵਿਅਕਤੀ ਜਿਹੜੇ ਆਪਣੇ ਗੁਰੂ ਘਰ ਦੇ ਨਾਲ ਸੰਬੰਧ ਰੱਖਦੇ ਹੋਣ, ਅਤੇ ਜੋ ਚਾਹੁੰਦੇ ਹੋਣ ਕਿ ਜਿਹੜੇ ਉਹਨਾਂ ਦੇ ਅਖਾੜੇ ਨੇ ਜਾਂ ਜਿਹੜੇ ਉਹਨਾਂ ਦੀਆਂ ਗੱਤਕੇ ਦੀਆਂ ਟੀਮਾਂ, ਕਿ ਉਹ ਇਸ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਲੈਣ, ਸੋ ਉਹ ਬੇਝਿਜਕ ਸਾਡੇ ਨਾਲ ਸੰਪਰਕ ਕਰਨ। ਅਤੇ ਸਾਡੇ ਵੱਲੋਂ ਵੀ ਉਹਨਾਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਦੇਖੋ, ਇਹ ਆਪਣੀ ਚੈਂਪੀਅਨਸ਼ਿਪ ਹੈ, ਵੀ ਆਪਣੀ ਜਿਹੜੀ ਇਹ ਕਲਾ ਹੈ, ਜਿਹੜੀ ਇਹ ਖੇਡ ਜਿਹੜੀ ਹੈ, ਵੀ ਇਹਨੂੰ ਜੇ ਆਪਾਂ ਹੀ ਨਾ ਪ੍ਰਮੋਟ ਕਰੂੰਗੇ ਤਾਂ ਫਿਰ ਹੋਰ ਕਿਸੇ ਨੇ ਤਾਂ ਬਾਹਰੋਂ ਆ ਕੇ ਕਰਨਾ ਨਹੀਂ ਗਾ ਜੀ। ਬਿਲਕੁਲ ਬਿਲਕੁਲ, ਕਿਉਂਕਿ ਗੁਰੂ ਘਰਾਂ ਲਈ, ਪ੍ਰਬੰਧਕ ਕਮੇਟੀਆਂ ਲਈ ਇਹ ਸਾਰਿਆਂ ਲਈ ਬੇਨਤੀ ਹੱਥ ਜੋੜ ਕੇ ਆ ਕਿ ਆਪਾਂ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਸ ਪਾਸੇ ਐਨਕਰੇਜ ਕਰੀਏ, ਟੀਮਾਂ ਤਿਆਰ ਕਰਨੀ ਸ਼ੁਰੂ ਕਰੀਏ, ਤਾਂ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਰੁਚੀ ਇਸ ਪਾਸੇ ਹੋਵੇ। ਸਾਡੀ ਕੌਮ ਦੀ ਵੀ ਸ਼ਾਨ ਬਣੇਗੀ ਜੀ। ਔਰ ਇਹ ਜਿਹੜਾ ਮੈਸੇਜ ਹੈ, ਇੱਕ ਸਿੱਖੀ ਦਾ ਮੈਸੇਜ, ਖਾਲਸੇ ਦੇ ਪਹਿਰਾਵੇ ਦਾ ਮੈਸੇਜ, ਜਿਹੜਾ ਇੱਕ ਬੜਾ ਬਹੁਤ ਵਧੀਆ ਜਿਹੜਾ ਇੱਕ ਸਾਡਾ ਬਾਣਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਜਾਏਗਾ, ਕਿ ਸਿੱਖ ਕਿਸ ਤਰ੍ਹਾਂ ਦਾ ਬਾਣਾ ਪਹਿਨ ਕੇ ਅਤੇ ਕਿਸ ਤਰ੍ਹਾਂ ਗੱਤਕੇ ਦੀਆਂ ਟੀਮਾਂ ਦੇ ਵਿੱਚ ਜਿਹੜੇ ਉਹ ਬੱਚੇ ਪਹੁੰਚਦੇ ਆ। ਸੋ ਇੱਕ ਬਹੁਤ ਵਧੀਆ ਸਾਡੀ ਐਡਵਰਟਾਈਜ਼ਮੈਂਟ ਵੀ ਹੈ ਇੱਕ ਕਿਸਮ ਦੀ, ਅਤੇ ਫਿਜ਼ੀਕਲ ਫਿਟਨੈਸ ਤਾਂ ਹੋਣੀ ਹੋਣੀ ਆ। ਸੋ ਗੁਰੂ ਘਰਾਂ ਦਾ ਇੱਕ ਬਹੁਤ ਵੱਡਾ ਇਹਦੇ ਇੱਥੇ ਰੋਲ ਹੋਏਗਾ, ਅਗਰ ਉਹ ਆਪਣੀਆਂ ਟੀਮਾਂ ਤਿਆਰ ਕਰਕੇ ਇਸ ਵਿੱਚ ਪਾਰਟੀਸਪੇਸ਼ਨ ਕਰਦੀਆਂ, ਅਤੇ ਹਰ ਗੁਰੂ ਘਰ ਤੋਂ ਸੰਗਤਾਂ ਇਕੱਠੀਆਂ ਕਰਕੇ ਕੋਈ ਬੱਸ ਦਾ ਪ੍ਰਬੰਧ ਕਰਕੇ, ਤਾਂ ਕਿ ਉੱਥੇ ਸੰਗਤਾਂ ਪਹੁੰਚਾਈਆਂ ਜਾਣ। ਸੰਗਤਾਂ ਜਦੋਂ ਜਾਣਗੀਆਂ, ਬੱਚੇ ਜਾਣਗੇ, ਤਾਂ ਇੰਟਰਸਟ ਆਟੋਮੈਟਿਕਲੀ ਹੀ ਜਾਗੇਗਾ। ਇੱਕ ਬਹੁਤ ਵਧੀਆ ਤਰੀਕੇ ਦੀ ਆਊਟਿੰਗ ਵੀ ਆ, ਔਰ ਫਿਜ਼ੀਕਲੀ ਫਿਟਨੈਸ ਵੀ ਆ, ਇੱਕ ਮੈਸੇਜ ਵੀ ਹੈ ਗੁਰੂ ਦਾ ਜੀ। ਇਹ ਦੇਖੋ, ਆਪਾਂ ਜੇ ਤਾਂ ਉੱਥੇ 20 ਜੁਲਾਈ ਨੂੰ ਠਾਠਾ ਮਾਰਦਾ ਇਕੱਠ ਹੋਵੇਗਾ ਕਿ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ, ਦੇਸ਼ ਤੋਂ ਤਾਂ ਕੀ, ਹੁਣ ਦੇਖੋ ਸੰਗਤ ਟੀਵੀ ਯੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਵੀ ਜਿੱਦਾਂ ਆਪ ਜਿਹੜੀ ਆਪਣੀ ਆਵਾਜ਼ ਪਹੁੰਚਾ ਰਹੇ ਹੋ, ਕਿ ਇਸ ਦੇ ਰਾਹੀਂ ਜੇ ਹੋਰ ਵੀ ਦੇਸ਼ਾਂ ਤੋਂ ਲੋਕ ਆਉਣਗੇ, ਤਾਂ ਉਹ ਮੈਂ ਸਮਝਦਾ ਕਿ ਉਹਨਾਂ ਦੇਸ਼ਾਂ ਦੇ ਲਈ ਵੀ ਆਪਾਂ ਇਹ ਵਧੀਆ ਜਿਹੜਾ ਸਮਾਗਮ ਉਲੀਕ ਕੇ, ਤਾਂ ਕਿ ਅੱਗੇ ਤੋਂ ਜੇ ਯੂਕੇ ਦੇ ਵਿੱਚ ਹੋ ਸਕਦਾ, ਤਾਂ ਉਸ ਤੋਂ ਬਾਅਦ ਜਿਹੜੀਆਂ ਫੈਡਰੇਸ਼ਨਾਂ ਉੱਧਰ ਆਪਣੇ ਫਰਾਂਸ ਜਾਂ ਸਪੇਨ ਦੇ ਵਿੱਚ ਜਾਂ ਹੋਰ ਦੇਸ਼ਾਂ ਦੇ ਵਿੱਚ ਸਥਾਪਿਤ ਨੇ, ਉਹ ਵੀ ਆਪਣਾ ਟੂਰਨਾਮੈਂਟ ਬੜਾ ਐਨ ਗੱਜ ਵੱਜ ਕੇ ਉੱਥੇ ਵੀ ਕਰ ਸਕਦੇ ਨੇ। ਪਰ ਮੈਂ ਸਮਝਦਾ ਕਿ ਜੇ ਆਪਾਂ ਇੱਥੇ ਵਧੀਆ ਜਿਹੜੀ ਨੀਂਹ ਰੱਖ ਦਈਏ, ਤਾਂ ਉਹਦਾ ਆਪਾਂ ਨੂੰ ਜ਼ਰੂਰ, ਜੋ ਸਿੱਖ ਪੰਥ ਨੂੰ ਵੀ ਹੈ, ਉਸ ਨੂੰ ਫਾਇਦਾ ਹੋਵੇਗਾ। ਕਿਉਂਕਿ ਆਪਾਂ ਜਿਹੜੀ ਆਪਣੀ ਵਿਰਾਸਤੀ ਜਿਹੜੀ ਖੇਡ ਹੈ, ਆਪਣੀ ਕਲਾ ਹੈ, ਉਹ ਗੈਰ ਸਿੱਖਾਂ ਤੱਕ ਵੀ ਆਪਾਂ ਉਸ ਦੀ ਪ੍ਰਦਰਸ਼ਨੀ ਕਰ ਸਕਦੇ ਹਾਂ। ਅਤੇ ਮੈਂ ਸਮਝਦਾ ਕਿ ਜੇ ਤਾਂ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਹੋਊਗਾ, ਅਤੇ ਇਸ ਦੇ ਨਾਲ ਨਾਲ ਵੀ ਜਿਹੜੀ ਆਵਾਮ ਹੈ, ਜਿਹੜੇ ਆਮ ਲੋਕ ਜਿਹੜੇ ਯੂਕੇ ਦੇ ਵਿੱਚ ਜਿਹੜੇ ਵਸਨੀਕ ਨੇ, ਉਹ ਵੀ ਗੱਤਕੇ ਦੇ ਵਿੱਚ ਜ਼ਿਆਦਾ ਰੁਚੀ ਰੱਖਣਗੇ। ਬਿਲਕੁਲ, ਉਹ ਵੀ ਫਿਰ ਆ ਕੇ ਉਹਦੀ ਕਵਰੇਜ ਹੋਵੇਗੀ ਬਾਕਾਇਦਾ ਤੌਰ 'ਤੇ। ਅਤੇ ਦੇਖੋ, ਆਪਾਂ ਜਿਹੜਾ ਸਿੱਖ ਮੀਡੀਆ ਹੈ, ਉਹਦਾ ਤਾਂ ਬਹੁਤ ਵੱਡਾ ਰੋਲ ਹੈ ਹੀ, ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਦਿੱਤਾ। ਪਰ ਔਰ ਉਹਨਾਂ ਨੂੰ ਵੀ 6 ਅਪ੍ਰੈਲ ਦੀ ਜਿਹੜੀ ਮੀਟਿੰਗ ਹੈ, ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਪੱਤਰ ਹੈ ਕਿ ਆਪ ਜ਼ਰੂਰ ਉੱਥੇ ਪਹੁੰਚੋ, ਤਾਂ ਕਿ ਆਪਾਂ ਜਿਹੜਾ ਸੁਨੇਹਾ ਆ ਵੀ ਜਲਦ ਤੋਂ ਜਲਦ ਹੋਰ ਲੋਕਾਂ ਤੱਕ ਲਿਜਾ ਸਕੀਏ। ਪਰ ਆਪਣਾ ਇਹ ਵੀ ਕਾਰਜ ਹੈ ਕਿ ਜਿਹੜੇ ਪੂਰੀ ਤਰ੍ਹਾਂ ਸਿੱਖ ਜਿਹੜੀ ਮਰਿਆਦਾ ਹੈ, ਜਿਹੜੇ ਸਿੱਖ ਰੀਤ ਤੇ ਅਤੇ ਧਾਰਮਿਕ ਤੌਰ 'ਤੇ ਜਿਹੜੀਆਂ ਆਪਣੀਆਂ ਪਰੰਪਰਾਵਾਂ, ਜੇ ਉਸ ਤੋਂ ਨਹੀਂ ਵਾਕਫ, ਉਹਨਾਂ ਨੂੰ ਵੀ ਆਪਾਂ ਵਾਕਫ ਕਰਾਈਏ। ਔਰ ਇਹ ਕਿਵੇਂ ਆਪਾਂ ਕਰਾ ਸਕਦੇ ਹਾਂ? ਇਹ ਆਪਾਂ ਉਦੋਂ ਹੀ ਕਰਾ ਸਕਦੇ ਹਾਂ ਕਿ ਜਦੋਂ ਆਪਾਂ ਵੱਡੇ ਲੈਵਲ 'ਤੇ ਇਹ ਸਾਰੇ ਸਮਾਗਮ ਆਪਾਂ ਕਰ ਸਕੂਗੇ। ਬਿਲਕੁਲ। ਸੋ ਇੰਨੀ ਬੇਨਤੀ ਹੈ। ਬਾਕੀ ਤਾਂ ਚਲੋ ਸੰਗਤ ਜੇ ਕੋਈ ਭੁੱਲ ਚੁੱਕ ਹੋ ਗਈ ਹੋਵੇ, ਜਾਂ ਅੱਗੇ ਤੋਂ ਵੀ ਭੁੱਲ ਚੁੱਕ ਹੋਰ ਵੀ ਹੋ ਸਕਦੀ ਹੈ, ਤਾਂ ਸੰਗਤ ਆਪ ਬਖਸ਼ਣਹਾਰ ਹੈ। ਪਰ ਆਪਾਂ ਤਾਂ ਆਪਣੇ ਤੌਰ ਤੋਂ ਉਪਰਾਲੇ ਹੀ ਕਰ ਸਕਦੇ ਹਾਂ। ਬਿਲਕੁਲ। ਜਿਸ ਤਰ੍ਹਾਂ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਗੱਤਕੇ ਦੀ, ਗੱਤਕਾ ਟੂਰਨਾਮੈਂਟ ਚੈਂਪੀਅਨਸ਼ਿਪ ਦੀ, ਅਤੇ ਇੱਕ ਵਧੀਆ ਸੁਨਹਿਰੀ ਮੌਕਾ, ਮੈਂ ਤਾਂ ਇਹੀ ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਅਸੀਂ ਆਪਣੇ ਕੰਮਾਂ 'ਚ ਬਿਜ਼ਨਸਮੈਨਾਂ ਦੇ 'ਚ ਪ੍ਰਮੋਟ ਆਪਣੇ ਆਪ ਨੂੰ ਕੀਤਾ ਹੈ, ਕਬੱਡੀ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਇੱਕ ਬਹੁਤ ਕੋਸ਼ਿਸ਼ ਕੀਤੀ ਹੈ, ਨੈਸ਼ਨਲ ਗੇਮ ਤੋਂ ਉੱਠ ਕੇ ਆਪਾਂ ਅੱਜ ਵਰਲਡ ਉਹਦੇ ਵਿੱਚ ਵੀ, ਵਰਲਡ ਦੇ ਵਿੱਚ ਸਾਡਾ ਮੈਸੇਜ ਜਿਹੜਾ ਪਹੁੰਚ ਗਿਆ ਹੈਗਾ। ਅਤੇ
ਜਿਹੜੀ ਸਾਡੀ ਗੁਰੂਆਂ ਨੇ ਸਾਨੂੰ ਦਾਤ ਬਖਸ਼ੀ ਹੋਈ ਸੀ ਗੱਤਕੇ ਦੀ, ਕਿਉਂਕਿ ਜਦੋਂ ਫਿਜ਼ੀਕਲੀ ਫਿਟਨੈਸ ਵਾਸਤੇ ਜਿੰਨੀਆਂ ਵੀ ਗੇਮਾਂ ਸਿੱਖੀ ਦੇ ਵਿੱਚ ਆਉਂਦੀਆਂ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਆਪਣੇ ਆਪ ਨੂੰ ਫਿਜ਼ੀਕਲੀ ਫਿਟਨੈਸ ਵਾਸਤੇ ਜਦੋਂ ਆਪਾਂ ਗੱਲ ਕਰਦੇ ਹਾਂ ਤੇ ਸਿੱਖੀ ਨੂੰ ਗੁਰੂ ਨੂੰ ਪ੍ਰਮੁੱਖ ਰੱਖਦੇ ਹਾਂ ਪ੍ਰਮੋਟ ਕਰਨ ਲਈ ਇੱਕ ਬਹੁਤ ਵਧੀਆ ਜਿਹੜਾ ਸਾਡਾ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਜਿੱਦਾਂ ਆਪਾਂ ਕਹਿ ਲੈਂਦੇ ਹਾਂ ਵੀ ਫਿਜ਼ੀਕਲੀ ਫਿਟਨੈਸ ਵੀ ਹੋਏਗੀ ਔਰ ਲੋਕਾਂ ਦੇ ਵਿੱਚ ਬੱਚਿਆਂ ਦੇ ਵਿੱਚ ਇੱਕ ਰੁਚੀ ਜਾਗੇਗੀ, ਉਤਸ਼ਾਹ ਜਾਗੇਗਾ ਕਿ ਸਾਡਾ ਪਿਛੋਕੜ ਕੀ ਸੀ। ਸੋ ਗਰੇਵਜੰਡ ਤੋਂ ਮੇਰਾ ਖਿਆਲ ਵੀ ਇੱਕ ਬਹੁਤ ਵਧੀਆ ਜਿਹੜਾ ਇਹ ਕਾਰਜ ਸ਼ੁਰੂ ਹੋ ਰਿਹਾ ਤੇ ਗੁਰੂ ਘਰ ਵੀ ਨਾਲ ਦੇਖਣ ਵਾਲਾ ਸੰਗਤਾਂ ਜੀ ਉਹ ਵੀ ਤੁਸੀਂ 20 ਜੁਲਾਈ ਨੂੰ ਤੁਹਾਡੇ ਦੋ ਕੰਮ ਹੋ ਜਾਣੇ ਆ, ਤੁਸੀਂ ਪਾਰਟਿਸਿਪੇਸ਼ਨ ਵੀ ਕਰ ਲੈਣਾ ਔਰ ਗੁਰੂ ਘਰ ਦੇ ਦਰਸ਼ਨ ਵੀ ਹੋ ਜਾਣੇ। ਇੱਕ ਬਹੁਤ ਆਲੀਸ਼ਾਨ ਗੁਰੂ ਘਰ ਜਿਹੜਾ ਉੱਥੇ ਬਣਿਆ ਹੋਇਆ ਤੇ ਆਪਾਂ ਸੰਗਤਾਂ ਨੂੰ ਦੱਸੇ ਜਾਈਏ 6 ਅਪ੍ਰੈਲ ਨੂੰ ਜਿਹੜੀ 11 ਵਜੇ ਇਹਦੀ ਰਜਿਸਟ੍ਰੇਸ਼ਨ ਸ਼ੁਰੂ ਹੋਏਗੀ ਆ। ਜਿੰਨੀਆਂ ਵੀ ਸੰਗਤਾਂ ਜਿੰਨੀਆਂ ਵੀ ਟੀਮਾਂ ਉਹ 'ਚ ਪਾਰਟਿਸਿਪੇਸ਼ਨ ਕਰਨਾ ਚਾਹੁੰਦੀਆਂ ਉਹ ਉੱਥੇ ਆ ਕੇ ਜ਼ਰੂਰ ਦਰਸ਼ਨ ਦੇਣ। ਗਰੇਵਜੰਡ ਗੁਰੂ ਘਰ ਦੇ ਵਿੱਚ ਇਹ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਤੇ ਸੈਚਰਡੇ 20 ਜੁਲਾਈ ਨੂੰ ਜਿਹੜਾ ਚੈਂਪੀਅਨ ਜਿਹੜੀ ਨੈਸ਼ਨਲ ਯੂਕੇ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਹੋਣਾ ਉਹ 20 ਜੁਲਾਈ ਉਹਦੀ ਡੇਟ ਹੈਗੀ ਆ। ਸੋ ਅਸੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਗੁਰੂ ਘਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸੰਗਤਾਂ ਤੇ ਜਿਹੜੀਆਂ ਟੀਮਾਂ ਉਹ ਰਜਿਸਟਰ ਕਰਾਉਣ ਆਪਣੀਆਂ ਤੇ ਨਾਲ ਹੀ ਸਾਡੀਆਂ ਸਾਰੀਆਂ ਬੱਚੀਆਂ ਭੈਣਾਂ ਤੇ ਮਾਤਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਵੀ ਇਹਦੇ ਵਿੱਚ ਪਾਰਟਿਸਿਪੇਸ਼ਨ ਕਰ, ਕਿਉਂਕਿ ਗੁਰੂ ਘਰ ਦੇ ਵਿੱਚ ਤਾਂ ਕੋਈ ਵਿਤਕਰਾ ਹੀ ਨਹੀਂ ਹੈ। ਨਹੀਂ, ਬਿਲਕੁਲ ਜੀ, ਕਿ ਜਿੱਥੇ ਔਰਤ ਤੇ ਮਰਦ ਦੀ ਗੱਲ ਆਉਂਦੀ ਹੈ, ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਉਹ ਗੱਲ ਦੀ ਆਵਾਜ਼ ਉਠਾਈ। ਸਹੀ। ਤੇ ਜਦੋਂ ਅਸੀਂ ਫਿਜ਼ੀਕਲ ਫਿਟਨੈਸ ਦੇ ਵਿੱਚ ਪਾਰਟਿਸਿਪੇਸ਼ਨ ਕਰਾਂਗੇ ਆਟੋਮੈਟਿਕਲੀ ਅਸੀਂ ਹਰ ਪਾਸੇ ਤਰੱਕੀ ਕਰਾਂਗੇ। ਤੇ ਇਹ ਤੋਂ ਇਲਾਵਾ ਜਿਹੜਾ ਇਹ ਪਹਿਲਾ ਚੈਂਪੀਅਨਸ਼ਿਪ ਜਿਹੜੀ ਹੋਣ ਜਾ ਰਹੀ ਆ ਜੀ ਤੇ ਇਹਦੇ ਵਿੱਚ ਹੁਣ ਤੱਕ ਤੁਹਾਡੇ ਕੋਲ ਕਿੰਨੀਆਂ ਕੁ ਟੀਮਾਂ ਨਾਲ ਤੁਹਾਡਾ ਗੱਲਬਾਤ ਹੋ ਚੁੱਕੀ ਹੈ? ਜੀ ਇਸ ਸਮੇਂ ਆਪਾਂ 1 ਦਰਜਨ ਤੋਂ ਜ਼ਿਆਦਾ ਅਖਾੜਿਆਂ ਦੇ ਨਾਲ ਆਲਰੇਡੀ ਆਪਣਾ ਸੰਪਰਕ ਬਣ ਚੁੱਕਾ ਹੈ। ਠੀਕ ਹੈ ਜੀ। ਅਤੇ ਦਿਨੋਂ ਦਿਨ ਅਸੀਂ ਹੋਰ ਅਖਾੜਿਆਂ ਦੇ ਨਾਲ ਵੀ ਸੰਪਰਕ ਬਣਾ ਰਹੇ ਹਾਂ ਤੇ ਸਾਡੀ ਇਹ ਆਸ ਹੈ ਕਿ ਘੱਟ ਤੋਂ ਘੱਟ ਆਪਾਂ 15-20 ਅਖਾੜੇ ਤਾਂ ਜ਼ਰੂਰ ਇਸ ਦੇ ਨਾਲ ਆਪਾਂ ਜੋੜ ਸਕੂਗੇ। ਪਰ ਉਸ ਦੇ ਨਾਲ ਸਿਰਫ ਅਖਾੜਿਆਂ ਤੱਕ ਨਹੀਂ, ਕਿਉਂਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਕਈ ਵਾਰੀ ਅਲੱਗ ਗੁਰੂ ਘਰਾਂ ਦੀ ਆਪਣੀ ਸਪੋਰਟਸ ਟੀਮ ਹੁੰਦੀ ਹੈ, ਗੱਤਕੇ ਦੀ ਟੀਮ ਹੁੰਦੀ ਹੈ, ਉਹ ਵੀ ਉਸ ਦੇ ਵਿੱਚ ਹਿੱਸਾ ਲੈ ਸਕਦੇ ਨੇ। ਕਿਉਂਕਿ ਆਪਾਂ ਇਸ ਜੋ ਸਾਰੀ ਚੈਂਪੀਅਨਸ਼ਿਪ ਹੈ ਇਸ ਦੇ ਵਿੱਚ ਕਿਸੇ ਦੇ ਨਾਲ ਸਾਡੇ ਵੱਲੋਂ ਕੋਈ ਕਿਸੇ ਤਰੀਕੇ ਦਾ ਵਿਤਕਰਾ ਨਹੀਂ ਹੋ ਸਕਦਾ। ਬਿਲਕੁਲ। ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਇਹ ਜੋ ਆਪਣਾ ਸਾਰਾ ਆਪਾਂ ਚੈਂਪੀਅਨਸ਼ਿਪ ਜਿਹੜਾ ਲੀਕਣਾ ਹੈ ਕਿ ਇਹ ਅਲੱਗ-ਅਲੱਗ ਮਰਿਆਦਾ ਦੇ ਤੌਰ ਤੇ ਨਹੀਂ ਹੋਵੇਗਾ। ਆਪਾਂ ਜੋ ਵਰਲਡ ਗੱਤਕਾ ਫੈਡਰੇਸ਼ਨ ਦੇ ਜਿਹੜੇ ਕਾਇਦੇ ਕਾਨੂੰਨ ਹਨ ਉਹਨਾਂ ਦੇ ਮੁਤਾਬਕ ਆਪਾਂ ਕਰ ਰਹੇ ਹਾਂ। ਸੋ ਇਹੀ ਇੱਕ ਚੀਜ਼ ਹੈ ਕਿ ਜੇ ਆਪਾਂ ਗੱਤਕੇ ਨੂੰ ਹੋਰ ਪ੍ਰਫੁੱਲਤ ਕਰਨਾ ਹੈ ਤਾਂ ਉਹ ਆਪਾਂ ਨੂੰ ਸਟੈਂਡਰਡਾਈਜ਼ ਕਿਤੇ ਨਾ ਕਿਤੇ ਤਾਂ ਕਰਨਾ ਪਵੇਗਾ ਹੀ। ਬਿਲਕੁਲ। ਇਸ ਦਾ ਇਹ ਮਤਲਬ ਨਹੀਂ ਵੀ ਅਸੀਂ ਕਿਸੇ ਇੱਕ ਨੂੰ ਨਹੀਂ ਸੱਦਾ ਪੱਤਰ ਦੇ ਰਹੇ, ਆਪਾਂ ਹਰ ਇੱਕ ਨੂੰ ਸੱਦਾ ਦੇ ਰਹੇ ਹਾਂ। ਪਰ ਕਈ ਵਾਰ ਇੱਦਾਂ ਵੀ ਹੋ ਸਕਦਾ ਕਿ ਵਿਚਾਰ ਨਾ ਰਲਣ ਤੇ ਪਰ ਆਪਣੀ ਕੋਸ਼ਿਸ਼ ਤਾਂ ਇਹੀ ਹੋਵੇਗੀ ਕਿ ਆਪਾਂ ਸਾਰਿਆਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇੱਕ ਜੋ ਆਪਾਂ ਨੂੰ ਸੁਨਹਿਰੀ ਮੌਕਾ ਮਿਲਿਆ ਹੈ ਉਸ ਦਾ ਆਪਾਂ ਪੂਰੀ ਤਰ੍ਹਾਂ ਨਾਲ ਲਾਭ ਲੈ ਸਕੀਏ। ਅਤੇ ਬਸ ਇਹ ਦਾਸ ਵੱਲੋਂ ਤਾਂ ਇਹੀ ਬੇਨਤੀ ਹੈ। ਬਾਕੀ ਜਿਸ ਤਰ੍ਹਾਂ ਤੁਸੀਂ ਇਹ ਰੈਗੂਲੇਸ਼ਨ ਦੀ ਬੁੱਕ ਨਾਲ ਲੈ ਕੇ ਆਂਦੀ ਹੈ ਜੀ, ਇਹ 2009 ਦੀ ਬਣੀ ਹੋਈ ਹੈ। ਇਹ ਗੱਤਕਾ ਫੈਡਰੇਸ਼ਨ ਆਫ ਇੰਡੀਆ ਇਹਨਾਂ ਨੇ ਇੱਕ ਬੁੱਕਲੈਟ ਜਿਹੜੀ ਹੈਗੀ ਆ ਛਾਪੀ ਹੈਗੀ ਆ ਜਿਹਦੇ ਵਿੱਚ ਸਾਰੇ ਕਾਇਦੇ ਕਾਨੂੰਨ ਕਾਇਦੇ ਇਹਦੇ ਵਿੱਚ ਦਰਜ ਕੀਤੇ ਗਏ ਆ ਵੀ ਕਿਸ ਤਰ੍ਹਾਂ ਉਹਨੂੰ ਪਲੇ ਕਰਨਾ ਹੈ, ਕਿਹੜਾ ਫਾਉਲ ਹੋਏਗਾ। ਸੋ ਸਾਨੂੰ ਜ਼ਰੂਰੀ ਹੋਏਗਾ ਕਿਉਂਕਿ ਹੁਣ ਤੱਕ ਜਿੰਨੇ ਵੀ ਇਹ ਆਪਣੇ ਅਖਾੜੇ ਬਣੇ ਹੋਏ ਆ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਤਰੀਕਿਆਂ ਦੇ ਨਾਲ ਟ੍ਰੇਨਿੰਗ ਕਰਵਾਉਂਦੇ ਆ। ਪਰ ਸਾਨੂੰ ਇਹ ਬੁੱਕਲੈਟ ਬਹੁਤ ਜ਼ਰੂਰੀ ਹੈ। ਇਹ ਬੁੱਕਲੈਟ ਤੁਹਾਨੂੰ ਲੈਣੀ ਜਿਹੜੀ ਹੈਗੀ ਆ ਤਾਂ ਕਿ ਇਹਦੇ ਕਾਇਦੇ ਕਾਨੂੰਨਾਂ ਦਾ ਤੁਹਾਨੂੰ ਪਤਾ ਲੱਗ ਸਕੇ। ਸੋ ਇਹ ਬਹੁਤ ਹੀ ਜ਼ਰੂਰੀ ਆ। ਅਸੀਂ ਇਸ ਗੇਮ ਨੂੰ ਜਿਹੜਾ ਗੱਤਕਾ ਫੈਡਰੇਸ਼ਨ ਵਰਲਡ ਗੱਤਕਾ ਫੈਡਰੇਸ਼ਨ ਬਣੀ ਹੈ ਉਹਦਾ ਟੀਚਾ ਇਹ ਆ ਕਿ ਇਹਨੂੰ ਵਰਲਡ ਲੈਵਲ ਤੇ ਇਸ ਗੇਮ ਨੂੰ ਪ੍ਰਮੋਟ ਕਰਕੇ ਜਿਹੜੀਆਂ ਆਉਣ ਵਾਲੀਆਂ ਓਲੰਪਿਕ ਗੇਮਾਂ ਉਹਨਾਂ ਦੇ ਵਿੱਚ ਦਾਖਲ ਕੀਤਾ ਜਾਵੇ। ਜਿਸ ਤਰ੍ਹਾਂ ਦੂਸਰੇ ਗੇਮਾਂ ਨੂੰ ਕਰੋੜਾਂ ਰੁਪਈਆ ਮਿਲੀਅਨਸ ਪਾਉਂਡ ਜਿਹੜੇ ਹੈਗੇ ਆ ਉਹਨਾਂ ਦੇ ਨਿਸ਼ਾਨੇ ਰੱਖੇ ਜਾਂਦੇ ਆ, ਉਸੇ ਤਰ੍ਹਾਂ ਇਸ ਗੇਮ ਨੂੰ ਵੀ ਪ੍ਰਮੋਟ ਕਰਨ ਦਾ ਜਿਹੜਾ ਟੀਚਾ ਹੈਗਾ ਵਰਲਡ
ਗੱਤਕਾ ਫੈਡਰੇਸ਼ਨ ਨੇ ਜਿਹੜਾ ਹੈਗਾ ਉਪਰਾਲਾ ਸ਼ੁਰੂ ਕੀਤਾ, ਜਿਹਦੇ ਪ੍ਰੈਜ਼ੀਡੈਂਟ ਯੂਕੇ ਦੇ ਪ੍ਰੈਜ਼ੀਡੈਂਟ ਤਨਮਨਜੀਤ ਸਿੰਘ ਜੀ ਚੰਨੀ, ਜਿਹੜੇ ਕਿ ਐਕਸ ਮੇਅਰ ਵੀ ਹਨ ਅਤੇ ਐਜ ਏ ਕਾਉਂਸਲਰ ਇਸ ਟਾਈਮ ਕੰਮ ਕਰ ਰਹੇ ਆ। ਅਤੇ ਇੱਕ ਬਹੁਤ ਵਧੀਆ ਸੇਵਾ ਦਾ ਕੰਮ ਵੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਗੇਮਾਂ ਦੇ ਨਾਲ ਜੋੜਨਾ। ਅਤੇ ਲਾਸਟ ਦੇ ਵਿੱਚ ਤੁਸੀਂ ਕੋਈ ਹੋਰ ਮੈਸੇਜ ਸੰਗਤਾਂ ਨੂੰ ਦੇਣਾ ਚਾਹੁੰਦੇ ਹੋ? ਕੋਈ ਰਹਿ ਗਿਆ ਹੋਵੇ ਤਾਂ ਪਲੀਜ਼। ਮੇਰੀ ਤਾਂ ਸਭ ਤੋਂ ਪਹਿਲਾਂ ਤਾਂ ਇਹੀ ਬੇਨਤੀ ਹੈ ਕਿ ਜਿਹੜੇ ਆਪਣੇ ਗੱਤਕਾ ਪ੍ਰੇਮੀ ਨੇ ਅਤੇ ਜੋ ਆਪਣੇ ਸਿੱਖ ਸਮਾਜ ਦੇ ਜਿਹੜੇ ਪ੍ਰਮੁੱਖ ਵਿਅਕਤੀ ਨੇ ਜੋ ਗੱਤਕੇ ਦੇ ਨਾਲ ਸੰਬੰਧ ਰੱਖਦੇ ਨੇ, ਉਹ ਜ਼ਰੂਰ 6 ਅਪ੍ਰੈਲ ਨੂੰ 11 ਵਜੇ ਗਰੇਵਜ਼ ਇਨ ਗੁਰੂ ਘਰ ਦੇ ਲੈਕਚਰ ਥੀਏਟਰ ਦੇ ਵਿੱਚ ਪਹੁੰਚਣ ਅਤੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕਰਨ, ਤਾਂ ਕਿ ਆਪਾਂ ਸਾਰੇ ਗੱਤਕੇ ਨੂੰ ਹੋਰ ਪ੍ਰਫੁੱਲਤ ਕਰ ਸਕੀਏ। ਅਤੇ ਉਸ ਦੇ ਨਾਲ ਨਾਲ ਇਹ ਵੀ ਹੈ ਕਿ ਸੰਗਤਾਂ ਤੱਕ ਵੀ ਅਪੀਲ ਹੈ, ਜਾਂ ਜਿਹੜੇ ਹੋਰ ਵਿਅਕਤੀ ਵੀ ਨੇ ਜਿਹੜੇ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਨੇ ਕਿਸੇ ਨਾ ਕਿਸੇ ਤੌਰ ਤਰੀਕੇ ਨਾਲ, ਉਹ ਸਾਡੇ ਨਾਲ ਰਾਬਤਾ ਕਾਇਮ ਕਰਨ, ਤਾਂ ਕਿ ਆਪਾਂ ਜਿਹੜੀ ਜੁਲਾਈ ਦੇ ਵਿੱਚ, ਜਿਹੜੀ 20 ਜੁਲਾਈ ਸ਼ਨੀਵਾਰ ਨੂੰ ਆਪਾਂ ਜਿਹੜੀ UK ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰ ਰਹੇ ਹਾਂ, ਉਸ ਨੂੰ ਆਪਾਂ ਵੱਡੇ ਤੋਂ ਵੱਡੇ ਲੈਵਲ ਤੱਕ ਜਲਦ ਤੋਂ ਜਲਦ ਲੈ ਕੇ ਆ ਸਕੀਏ। ਇੰਨੀਆਂ ਬੇਨਤੀਆਂ ਜ਼ਰੂਰ ਪ੍ਰਵਾਨ ਕਰਿਓ। ਬਾਕੀ ਸੰਗਤ ਬਖਸ਼ਣਹਾਰ ਹੈ। ਸੰਗਤ ਜੀ, ਲਾਸਟ ਦੇ ਵਿੱਚ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ UK ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਜਿਹੜਾ 20 ਜੁਲਾਈ ਨੂੰ ਹੋਣ ਜਾ ਰਿਹਾ, ਉਹਦੇ ਬਾਰੇ ਅੱਜ ਆਪਾਂ ਗੱਲਾਂ ਬਾਤਾਂ ਕੀਤੀਆਂ ਅਤੇ ਆਪਾਂ ਤਿਆਰੀਆਂ ਕਰਨੀਆਂ, ਅਤੇ 6 ਅਪ੍ਰੈਲ ਨੂੰ ਉਹਦੀ ਰਜਿਸਟ੍ਰੇਸ਼ਨ ਜਿਹੜੀ ਹੋਣੀ ਹੈਗੀ ਆ। ਤਾਂ ਆਪ ਜਿੰਨੀਆਂ ਵੀ ਟੀਮਾਂ UK ਦੇ ਵਿੱਚ ਹਨ, ਉਹ ਪਲੀਜ਼ ਜਿੰਨੀ ਵੀ ਛੇਤੀ ਹੋ ਸਕਦਾ ਉਹ ਆਪਣਾ ਸਾਰੀ ਇਨਫੋਰਮੇਸ਼ਨ ਲੈ ਕੇ ਅਤੇ ਆਪਣੀ ਰਜਿਸਟ੍ਰੇਸ਼ਨ ਕਰਾਉਣ, ਤਾਂ ਕਿ ਉਹ 'ਚ ਪਾਰਟੀਸਪੇਸ਼ਨ ਹੋ ਸਕੀਏ। ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਅਸੀਂ ਆਪਣਾ ਟੀਚਾ ਪੂਰਾ ਕਰਨ ਜਾ ਰਹੀਆਂ ਹਨ ਸੰਗਤਾਂ, ਉਸ ਟੀਚੇ ਨੂੰ ਪ੍ਰਾਪਤ ਕਰਨ ਲਈ ਅਸੀਂ ਹਮਲਾ ਮਾਰੀਏ। ਸਾਰੇ ਗੁਰਦੁਆਰੇ, ਸਾਰੀਆਂ ਜਥੇਬੰਦੀਆਂ, ਜਿੰਨੇ ਵੀ ਹੋਰ ਅਦਾਰੇ ਇੱਥੇ ਆਪਣੇ UK ਦੇ ਵਿੱਚ ਹਨ, ਇਸ ਪਾਸੇ ਆਪਾਂ ਪੂਰਾ ਜ਼ੋਰ ਲਾ ਕੇ ਇੱਕ ਵਧੀਆ ਕਿਸਮ ਦਾ ਆਪਾਂ ਸਪੋਰਟਸ ਇਵੈਂਟਸ ਕਰਾਈਏ, ਤਾਂ ਕਿ ਸਾਡੇ ਬੱਚਿਆਂ ਵਿੱਚ ਇੱਕ ਮੈਸੇਜ, ਸਾਡਾ ਪਿਛੋਕੜ ਜਿਹੜਾ ਹੈਗਾ ਉਹਨੂੰ ਅਸੀਂ ਤਾਜ਼ਾ ਕਰ ਸਕੀਏ। ਸੋ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸੰਗਤ TV ਦੇ ਸਟੂਡੀਓ ਦੇ ਵਿੱਚ ਆ ਕੇ ਸੰਗਤਾਂ ਨੂੰ ਅਵੇਅਰ ਕੀਤਾ, ਅਤੇ ਸੰਗਤ ਟੀਮ ਵੱਲੋਂ ਤੁਹਾਡਾ ਅਸੀਂ ਫਿਰ ਧੰਨਵਾਦ ਕਰਦੇ ਹਾਂ। ਸੰਗਤ TV ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਸਾਡਾ ਸੁਨੇਹਾ ਜਿਹੜਾ ਹੈ ਸੰਗਤਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ, ਸੋ ਇਸ ਲਈ ਅਸੀਂ ਵੀ ਤੁਹਾਡੇ ਬੇਹੱਦ ਰਿਣੀ ਹਾਂ। ਹਾਂਜੀ, ਅਤੇ ਅਸੀਂ ਛੇਤੀ ਹੀ ਇਹ ਪ੍ਰੋਗਰਾਮ ਦੁਆਰਾ ਫਿਰ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।